ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਜਤਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA TV। ਪੰਜਾਬ ਚਰਚਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਦੋਸਤੋ। ਇਸ ਪ੍ਰੋਗਰਾਮ ਵਿੱਚ ਅਕਸਰ ਅਸੀਂ ਪੰਜਾਬ ਦੀ ਰਾਜਨੀਤੀ ਬਾਰੇ ਗੱਲ ਕਰਦੇ ਹਾਂ, ਭਾਵੇਂ ਕਿ ਅਸੀਂ ਵਿਦੇਸ਼ਾਂ ਵਿੱਚ ਰਹਿੰਦੇ ਹਾਂ, ਪਰ ਸਾਡਾ ਜਿਹੜਾ ਧਿਆਨ ਆ ਉਹ ਆਮ ਤੌਰ 'ਤੇ ਹੀ ਪੰਜਾਬ ਜਿੱਥੇ ਅਸੀਂ ਆਏ ਹਾਂ ਉਸ ਧਰਤੀ ਨਾਲ ਜੁੜਿਆ ਰਹਿੰਦਾ। ਉੱਥੋਂ ਦੀ ਰਾਜਨੀਤਿਕ, ਉੱਥੋਂ ਦੀ ਸਰਗਰਮੀਆਂ ਜਾਂ ਹੋਰ ਗਤੀਵਿਧੀਆਂ ਜਿਹੜੀਆਂ ਹੁੰਦੀਆਂ ਉਹਦੇ ਬਾਰੇ ਅਕਸਰ ਆਪਾਂ ਸੋਚਦੇ ਰਹਿੰਦੇ ਹਾਂ। ਉਹਦੇ ਬਾਰੇ ਇੱਥੇ ਜਿਹੜੀਆਂ ਢਾਣੀਆਂ ਬਹਿੰਦੀਆਂ, ਕਿਸੇ ਪਾਰਕਾਂ ਵਿੱਚ ਬਜ਼ੁਰਗ ਬਹਿੰਦੇ ਆ, ਉਹ ਗੱਲਾਂ ਬਾਤਾਂ ਜਿਹੜੀਆਂ ਉਹ ਪੰਜਾਬ ਦੀ ਰਾਜਨੀਤੀ ਬਾਰੇ ਬੜੀ ਖੁੱਲ੍ਹ ਕੇ ਕਰਦੀਆਂ। ਸਾਡੇ ਵਿੱਚ ਅੱਜ ਸਟੂਡੀਓ ਵਿੱਚ ਅਸੀਂ ਸੱਦਾ ਪੱਤਰ ਦਿੱਤਾ ਗੁਰਿੰਦਰ ਸਿੰਘ ਗਿੱਲ, ਜਿਹੜੇ ਕਿ ਇੱਕ ਰਾਜਨੀਤਿਕ ਵਿਸ਼ਲੇਸ਼ਕ ਆ। ਬੜੇ ਲੰਬੇ ਸਮੇਂ ਤੋਂ ਇਸ ਬਾਰੇ ਉਹ ਆਪਣੀ ਜਿਹੜੀ ਕੋਈ ਨਾ ਕੋਈ ਵਿਊਜ਼ ਆ ਉਹ ਦਿੰਦੇ ਰਹਿੰਦੇ ਆ, ਵੱਖ-ਵੱਖ ਮੁੱਦਿਆਂ 'ਤੇ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ। ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਗੁਰਿੰਦਰ ਗਿੱਲ ਜੀ, ਤੁਹਾਡਾ ਸਵਾਗਤ ਹੈ। ਥੈਂਕ ਯੂ ਰੰਧਾਵਾ ਸਾਹਿਬ ਤੇ ਤੁਹਾਡੇ ਸਾਰੇ ਪੰਜਾਬ ਮਿਲ USA ਦੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤੇ ਤੁਸੀਂ ਸਮੇਂ-ਸਮੇਂ 'ਤੇ ਬੁਲਾਉਂਦੇ ਰਹਿੰਦੇ ਹੋ ਤੇ ਉੱਦਾਂ ਵੀ ਆਪਣੀ ਡਿਸਕਸ਼ਨ ਹੁੰਦੀ ਰਹਿੰਦੀ ਹੈ ਪੰਜਾਬ ਦੇ ਤੇ ਅਮਰੀਕਨ ਮੁੱਦਿਆਂ ਬਾਰੇ, ਤੇ ਤੁਸੀਂ ਅੱਜ ਬੁਲਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਗਿੱਲ ਸਾਹਿਬ, ਜਿਵੇਂ ਕਿ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਸਾਡੇ ਜਿਹੜੇ ਵਿਦੇਸ਼ਾਂ 'ਚ ਪੰਜਾਬੀ ਰਹਿੰਦੇ, ਖਾਸ ਕਰਕੇ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਪੰਜਾਬ ਨਾਲ ਸੰਬੰਧਿਤ ਆ, ਅਤੇ ਬਹੁਤ ਸਾਰਾ ਜਿਹੜਾ ਉੱਥੋਂ ਦਾ ਸਿਸਟਮ ਉਹਦੇ ਬਾਰੇ ਹਮੇਸ਼ਾ ਚਰਚਾ ਹੁੰਦੀ ਰਹਿੰਦੀ ਹੈ। ਆਮ ਆਦਮੀ ਪਾਰਟੀ ਨੂੰ 8 ਮਹੀਨੇ ਦੇ ਕਰੀਬ ਹੋ ਚੱਲੇ ਆ ਸੱਤਾ ਵਿੱਚ ਆਇਆ ਨੂੰ। ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਸੀ ਕਿ ਕੁਛ ਨਾ ਕੁਛ ਸੁਧਾਰ ਹੋਊਗਾ, ਕੋਈ ਨਵੀਂ ਚੀਜ਼ ਆਊਗੀ, ਕੋਈ ਨਵਾਂ ਦੇਖਣ ਨੂੰ ਮਿਲੂਗਾ। ਕਿਉਂਕਿ ਆਮ ਤੌਰ 'ਤੇ ਪਹਿਲਾਂ ਇਹ ਹੁੰਦਾ ਸੀਗਾ ਕਿ ਇੱਕ ਪਾਰਟੀ ਆਈ ਤਾਂ ਦੂਜੀ ਚਲੀ ਗਈ। ਉਹ ਕਹਿੰਦੇ ਵੀ ਇੱਕ ਕੀ ਕਹਿੰਦੇ ਹੁੰਦੇ, ਇੱਕ ਉੱਤਰ ਕਾਂਡ ਦਾ ਮੈਂ ਚੜਾ, ਉਹ ਕੰਮ ਹੋਇਆ ਸੀਗਾ। ਅਤੇ ਉਹ ਸਾਰਾ ਕੁਛ ਬਦਲਾਅ ਲਿਆਉਣ ਲਈ, ਸਿਸਟਮ ਨੂੰ ਠੀਕ ਕਰਨ ਲਈ ਪੰਜਾਬ ਦੀ ਜਨਤਾ ਨੇ ਜਿਹੜਾ ਥੋੜ੍ਹੇ ਮੌਕਾ ਦਿੱਤਾ, ਉਹ ਆਮ ਆਦਮੀ ਪਾਰਟੀ ਨੂੰ ਦਿੱਤਾ। ਆਮ ਆਦਮੀ ਪਾਰਟੀ ਨੂੰ ਜਿਵੇਂ ਮੈਂ ਦੱਸਿਆ ਕਿ 8 ਮਹੀਨੇ ਹੋ ਗਏ ਆ, ਕੁਛ ਕੋਈ ਵੱਖਰਾ ਜਿਹਾ ਨਹੀਂ ਦਿਖਿਆ। ਸਿਸਟਮ ਉੱਥੇ ਦਾ ਉੱਥੇ ਖੜਾ ਮੇਰੇ ਹਿਸਾਬ ਨਾਲ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਰੰਧਾਵਾ ਸਾਹਿਬ, ਵੈਸੇ ਸਿਸਟਮ ਤਾਂ ਬਦਲ ਰਿਹਾ, ਪਰ ਸਿਸਟਮ ਬਦਲਣ ਨੂੰ ਟਾਈਮ ਵੀ ਲੱਗਦਾ, ਕਿਉਂਕਿ ਸਿਸਟਮ ਹੁਣ 70 ਸਾਲ ਕਿੰਨਾ ਉਦੋਂ ਲੰਬਾਈ ਲਾ ਲਓ, ਗੋਰਿਆਂ ਨੂੰ ਵਿੱਚ ਹੀ ਲਾ ਲਓ, ਤੇ ਬਹੁਤ ਚਿਰ ਦਾ ਸਿਸਟਮ ਖਰਾਬ ਹੁੰਦਾ ਇੱਥੇ ਤੱਕ ਪਹੁੰਚ ਗਿਆ ਸੀ ਕਿ ਵੀ ਹੁਣ ਜਿਹੜਾ ਆਮ ਬੰਦਾ ਉਹਨੂੰ ਆਪਣੇ ਫਿਊਚਰ ਪੰਜਾਬ ਵਿੱਚ ਬਹੁਤ ਅਨਸਿਕਿਉਰ ਲੱਗਦਾ ਸੀ ਵੀ ਮੈਂ ਇੱਥੇ ਜੰਮਿਆ ਤਾਂ ਹੈ ਪਰ ਮੈਂ ਰਹਿਣਾ ਕਿਉਂ ਨਹੀਂ, ਕਿਉਂਕਿ ਹਰ ਰੋਜ਼ ਦੀਆਂ ਜਿਹੜੀਆਂ ਉਹਨੂੰ ਜਿਹੜੀ ਜ਼ਿੰਦਗੀ ਨੂੰ ਚਲਾਉਣ ਦੀ ਖਾਤਰ ਜਿਹਨੂੰ ਨਹੀਂ ਜਾਣਾ ਚਾਹੀਦਾ, ਉਹਦੀ ਜ਼ਿੰਦਗੀ ਉਹਨਾਂ ਕੰਮਾਂ 'ਚ ਨਿਕਲ ਜਾਂਦੀ, ਪ੍ਰੋਡਕਟਿਵ ਕੰਮ ਕੋਈ ਕਰ ਨਹੀਂ ਸਕਦਾ ਸੀ। ਪਰ ਹੁਣ ਇਸ ਟਾਈਮ ਗੌਰਮੈਂਟ ਲੱਗੀ ਹੋਈ ਹੈ। ਮੇਨ ਗੱਲ ਤਾਂ ਆਪਣੀ ਵੀ ਪਹਿਲੀ ਗੱਲ ਤਾਂ ਕਰਪਸ਼ਨ ਸੀ, ਵੀ ਜਿੱਥੇ ਜਾਓ ਤੁਸੀਂ ਤਾਂ ਉੱਥੋਂ ਹਰ ਇੱਕ ਬੰਦਾ ਪੈਸੇ ਮੰਗਦਾ ਸੀ। ਹੁਣ ਲੋਕਾਂ ਨਾਲ ਗੱਲਬਾਤ ਹੁੰਦੀ ਹੈ, ਕਿਉਂਕਿ ਆਪਣੇ ਲੋਕਾਂ ਨੂੰ ਵੀ ਇੱਕ ਆਦਤ ਪੈ ਗਈ ਹੈ ਵੀ ਸਿੱਧਾ ਤੁਸੀਂ ਆਪਣਾ ਕੰਮ 'ਤੇ ਨਹੀਂ ਜਾਣਾ, ਪਹਿਲਾਂ ਸਿਫਾਰਿਸ਼ ਪਾਉਣੀ ਹੈ। ਉਹ ਗੱਲ ਬਾਰੇ ਕਿਦੋਂ ਸਾਨੂੰ ਵੀ ਬਹੁਤ ਗੱਲ ਆਉਂਦੀ ਰਹਿੰਦੀ, ਕਿਉਂਕਿ ਕਾਲ ਇਸ ਕਰਕੇ ਆਉਂਦੀ ਹੈ ਕਿ ਧਾਲੀਵਾਲ ਸਾਹਿਬ, ਮਾਨ ਸਾਹਿਬ ਨਾਲ ਅਮਨ ਅਰੋੜਾ ਸਾਹਿਬ ਉਹਨਾਂ ਕਿਉਂਕਿ ਪੁਰਾਣੀ ਜਾਣ ਪਛਾਣ ਵਾਲਾ ਕਹਿੰਦੇ ਸ਼ਾਇਦ ਸਾਡਾ ਕੰਮ ਇੱਧਰ ਦੀ ਸੌਖਾ ਹੋ ਜੂ, ਪਰ ਸੌਖੇ ਵਾਲਾ ਕੰਮ ਨਹੀਂ। ਕਈ ਬੰਦਿਆਂ ਨੂੰ ਕਹੀਦਾ ਕਿ ਵੀ ਤੁਸੀਂ ਜਾਓ, ਤੁਸੀਂ ਆਖਿਆ ਆਪਣਾ ਜੋ ਤੁਹਾਡਾ ਨੋਰਮਲ ਪ੍ਰੋਸੀਜਰ ਉੱਥੇ ਆਪਣਾ ਕੰਮ ਅਪਲਾਈ ਕਰੋ, ਜੇ ਨਹੀਂ ਹੋਊਗਾ ਬੰਦੇ ਦਾ ਨਾਮ ਲੈ ਆਓ, ਕਿਹੜਾ ਬੰਦਾ ਨਹੀਂ ਕਰ ਰਿਹਾ, ਫਿਰ ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ। 99% ਕੰਮ ਲੋਕਾਂ ਦੇ ਸਿੱਧੇ ਹੋ ਰਹੇ, ਪਰ ਕੰਮ ਹੋ ਨਹੀਂ ਰਹੇ। ਕੰਮ ਨੇ ਜਿਹੜੇ ਤਾਂ ਹੈਗੇ ਜੈਨੂਅਨ, ਉਹ ਕੰਮ ਤਾਂ ਨਹੀਂ ਰੁਕ ਰਹੇ। ਜਿਹੜੇ ਕੰਮ ਜੈਨੂਅਨ ਨਹੀਂ ਹੈਗੇ ਹੁਣ ਜਿਹਦੇ ਵਿੱਚ 2-3 ਚੀਜ਼ਾਂ ਬਹੁਤ ਵੱਡੀਆਂ ਆ ਰਹੀਆਂ ਨੇ, ਜਿਹਦੇ ਵਿੱਚ ਇੱਕ ਤਾਂ ਜਿਵੇਂ ਹੁਣ ਆਪਾਂ ਮੇਨ ਮੁੱਦਾ ਲਾ ਲਈ ਕਿ ਜਿਹੜੀਆਂ ਅਨਰੈਗੂਲੇਟਡ ਕਲੋਨੀਆਂ ਕੱਟੀਆਂ ਹੋਈਆਂ, ਪੁਰਾਣੇ ਜਿਹੜੇ ਆਪਣੇ ਪੋਲੀਟੀਸ਼ੀਅਨ ਸੀ ਜਾਂ ਵੱਡੇ ਅਫੀਸਰ ਸੀ, ਉਹਨਾਂ ਨੇ ਉਹ 'ਚੋਂ ਪੈਸੇ ਬਣਾਏ ਕਿਉਂਕਿ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਸੀ ਜੀ, ਕੱਟ ਕੇ ਚਲੇ ਗਏ। ਹੁਣ ਮੇਨ ਗੱਲ ਆ ਵੀ ਨਾ ਤਾਂ ਉਹਨਾਂ ਨੇ ਸੂਅਰ ਦੇ ਪੈਸੇ ਦਿੱਤੇ, ਨਾ ਉਹਨਾਂ ਨੇ ਸੜਕਾਂ ਬਣਾਉਣ ਦੇ ਪੈਸੇ ਦਿੱਤੇ, ਨਾ ਉਹਨਾਂ ਨੇ ਲਾਈਟਿੰਗ ਲਾਉਣ ਦੇ ਪੈਸੇ ਦਿੱਤੇ, ਨਾ ਜਿਹੜੀ ਗੌਰਮੈਂਟ ਆਪਾਂ ਤੋਂ ਟਰਾਂਸਪੋਰਟੇਸ਼ਨ ਦੇ ਸੰਦਰਭ ਦੇ ਲੋਕਾਂ ਨੇ ਪੈਸੇ ਲੈਣੇ ਹੁੰਦੇ ਗੌਰਮੈਂਟ ਨੇ, ਫਿਰ ਹੀ ਤੁਹਾਨੂੰ ਸਰਵਿਸ ਪ੍ਰੋਵਾਈਡ, ਉਹਨਾਂ ਨੇ ਕੋਈ ਪੈਸਾ ਨਹੀਂ ਦਿੱਤਾ। ਹੁਣ ਕੀ ਗੱਲ ਹੋਇਆ ਵੀ ਉਹਨਾਂ ਦੀਆਂ ਜਦੋਂ ਤੋਂ ਉਹ ਜਾਂਦੇ ਆ ਵੀ ਉਹ ਆਪਣੀ ਰਜਿਸਟਰੀ ਕਰਾਉਣ, ਹੁਣ ਲੋਕਾਂ ਨੇ ਗਾਂਹ ਤੋਂ ਗਾਂਹ ਵੇਚਣੇ ਆ, ਕਿਉਂਕਿ ਫਲਿੱਪ ਕਰਕੇ ਲੋਕ ਪੈਸਾ ਬਣਾਉਂਦੇ ਸੀ। ਉਹ ਜਿਹੜੇ ਵੇਚਣ ਵਾਲੇ ਉਹਦੇ ਵਿੱਚ ਪ੍ਰੋਬਲਮ ਇਹ ਆ ਰਹੀ ਹੈ ਵੀ ਉਹ ਜਦੋਂ ਤੁਸੀਂ ਉਹਦਾ ਕਰਾਉਣੀ ਹੈ, ਕਿਤੇ ਵੀ ਰਜਿਸਟਰੀ ਕਰਾਉਣੀ ਹੈ ਪੰਜਾਬ ਦੇ ਵਿੱਚ, ਹੁਣ ਨੋ ਓਬਜੈਕਸ਼ਨ ਸਰਟੀਫਿਕੇਟ ਚਾਹੀਦਾ ਪ੍ਰੋਡਕਟ ਜੀ, ਮੈਨੂੰ ਕੋ ਰੈਗੂਲੇਟਡ। ਹੁਣ ਜਾਂ ਤਾਂ ਪਹਿਲਾਂ ਨੂੰ ਕਰਨ ਵੀ
ਜ਼ਰੂਰਤ ਹੈ ਨਹੀਂ ਗੀ, ਜਾਂ ਉਹਦਾ ਦੇ ਦਿਓ ਪੈਸੇ ਲਓ, 10,000 ਰੁਪਏ ਲਓ, ਨੋ ਆਬਜੈਕਸ਼ਨ ਵੀ ਇਸ਼ੂ ਕਰ ਦਿਓ, ਰਜਿਸਟਰੀ ਹੋ ਜਾਂਦੀ ਆ, ਤਾਂ ਨੈਕਸਟ ਪਰਸਨ ਕੋਲ ਉਹ ਕੰਮ ਹੁਣ ਹੋ ਨਹੀਂ ਰਿਹਾ, ਕਰਪਸ਼ਨ ਚੱਲ ਨਹੀਂ ਰਹੀ। ਤੇ ਉਹਦੀ ਖਾਤਰ ਨਵਾਂ ਕਾਨੂੰਨ ਲਿਆਉਣਾ ਪਊਗਾ, ਜਿਹਦੇ ਉੱਤੇ ਮੈਂ ਆਪਣੇ ਕਾਫੀ ਕੰਪਲੇਂਟ ਆਈਆਂ ਵੀ ਲੋਕਾਂ ਵੱਲੋਂ। ਫਿਰ ਮੈਂ ਅਮਨ ਅਰੋੜਾ ਨਾਲ ਪਰਸਨਲੀ ਗੱਲ ਕਰੀ ਸੀ ਵੀ ਇਹਦੇ ਕੀ ਹੋ ਰਿਹਾ। ਉਹ ਕਹਿੰਦੇ ਵੀ ਇਹਦੇ ਬਾਰੇ ਬਹੁਤ ਆਪਣੀ ਨੀਤੀ ਜਲਦੀ ਬਣਾ ਕੇ ਲੈ ਕੇ ਆ ਰਹੇ ਆ, ਜਿਹੜੀਆਂ ਅਨਰੈਗੂਲੇਟਡ ਤਕਰੀਬਨ ਆਲਮੋਸਟ 14,000 ਕਲੋਨੀਆਂ ਪੰਜਾਬ ਦੇ ਵਿੱਚ। 14,000 ਕਲੋਨੀਆਂ ਨੂੰ ਤੁਸੀਂ ਡਿਵਾਈਡ ਕਰ ਲਓ, ਕਿੰਨੇ ਇੱਕ ਸਿਟੀ ਆ, ਹਰੇਕ ਸਿਟੀ ਦੇ ਵਿੱਚ 100-150 ਕਲੋਨੀ ਹੈ ਜੀ। ਉਹਦੀ ਖਾਤਰ ਕਾਨੂੰਨ ਬਣਾ ਲੈ ਕੇ ਆ ਰਹੇ ਆ, ਤੇ ਆਪਾਂ ਨੂੰ ਥੋੜੀ ਵੇਟ ਕਰਨੀ ਚਾਹੀਦੀ ਆ, ਕੰਮ ਹੋਣਗੇ ਸਹੀ ਹੋਣਗੇ। ਪਰ ਜਿਹੜਾ ਪ੍ਰਾਪਰਟੀਜ਼ ਦਾ ਆਪਾਂ ਚਲੋ ਇੱਥੋਂ ਸ਼ੁਰੂ ਕਰ ਲੈਂਦੇ ਹਾਂ। ਪ੍ਰਾਪਰਟੀ ਦਾ ਕੰਮ ਠੱਪ ਹੋ ਕੇ ਰਹਿ ਗਿਆ, ਜਿੰਨੀਆਂ ਕੀਮਤਾਂ ਸੀਗੀਆਂ ਪਹਿਲਾਂ ਉਹ ਤੋਂ ਵੀ ਜਿਹੜੀਆਂ ਘਟ ਗਈਆਂ। ਇਹ ਮੈਂ ਇੱਕ ਦਿਨ ਦੀ ਜਾਂ 2-4 ਮਹੀਨਿਆਂ ਦੀ ਗੱਲ ਨਹੀਂ ਕਰ ਰਿਹਾ, ਪਿਛਲੇ 12 ਸਾਲਾਂ ਤੋਂ ਜੋ ਵੀ ਪ੍ਰਾਪਰਟੀ ਦੇ ਪ੍ਰਾਈਸਿਸ ਆ ਉੱਥੇ ਕਿਸੇ ਵੀ ਕਿਸਮ ਦੇ, ਚਾਹੇ ਉਹ ਫਾਰਮਿੰਗ ਵਾਲੀ ਆ, ਚਾਹੇ ਕਮਰਸ਼ੀਅਲ ਆ, ਚਾਹੇ ਰੈਜ਼ੀਡੈਂਸ਼ੀਅਲ ਆ, ਉਹ ਰੇਟ ਠੱਪ ਹੋ ਕੇ ਰਹਿ ਗਏ ਆ। ਹੁਣ ਉਹਨੂੰ ਉੱਤੇ ਕਰਨ ਲਈ ਕੋਈ ਇਸ ਤਰ੍ਹਾਂ ਦਾ ਤੁਹਾਡੇ ਹਿਸਾਬ ਨਾਲ ਗਵਰਨਮੈਂਟ ਦੀ ਕੋਈ ਪਾਲਿਸੀ ਹੈਗੀ ਆ ਕਿ ਪ੍ਰਾਈਸ ਥੋੜ੍ਹੇ ਜਿਹਾ ਆਪਾਂ ਹੁਣ ਕੋਈ ਬਹੁਤ ਬਾਟਮ ਲਾਈਨ ਤੇ ਆ? ਮੇਰੇ ਕਹਿਣ ਦਾ ਮਤਲਬ ਇਹ ਆ, ਉਹਨਾਂ ਚਿਰ NRI ਜਿਹੜੇ ਆ ਉਹ ਇੰਡੀਆ 'ਚ ਉਹ ਇਨਵੈਸਟ ਨਹੀਂ ਕਰਦੇ ਜਿੰਨਾ ਚਿਰ ਉਹਨਾਂ ਨੂੰ ਦਿਖਦਾ ਨਾ ਹੋਵੇ ਕਿ ਪ੍ਰਾਈਸ ਜਿਹੜੇ ਉੱਪਰ ਜਾ ਰਹੇ। ਜਦੋਂ ਦੇਖੋ ਹੁਣ ਡਾਲਰ ਦਾ ਰੇਟ ਜਿਹੜਾ ਉਹ ਬਹੁਤ ਉੱਪਰ ਹੋ ਗਿਆ ਕੰਪੈਰੀਜ਼ਨ ਟੂ ਇੰਡੀਅਨ ਰੁਪੀਸ, ਤੇ ਉਹਦੇ ਹਿਸਾਬ ਨਾਲ ਜਿਹੜਾ ਹੈਗਾ ਉਹ ਬਣਦਾ ਨਹੀਂਗਾ ਕੰਮ ਕਿ ਜਾ ਕੇ ਉੱਥੇ ਇਨਵੈਸਟ ਕਰਨ। ਉਹਨਾਂ ਨੂੰ ਹੁਣ ਬਾਹਰ ਜਿਹੜੇ ਰਹਿੰਦੇ, ਇੱਕ ਤਾਂ ਉਹਨਾਂ ਨੂੰ ਪਤਾ ਕਿ ਜਿਹੜਾ ਉੱਥੇ ਪ੍ਰਾਈਸ ਨਹੀਂ ਵਧਣਾ, ਦੂਜਾ ਇਹ ਆ ਉਹਨਾਂ ਨੂੰ ਇਹ ਆ ਵੀ ਜੇ ਅੱਜ ਡਾਲਰ ਦਾ ਰੇਟ ਉੱਪਰ ਜਾ ਰਿਹਾ, ਕੱਲ੍ਹ ਨੂੰ ਅਸੀਂ ਜੇ ਵੇਚਦੇ ਆ ਸਾਨੂੰ ਪੱਲੇ ਕੁਛ ਨਹੀਂ ਪੈਣਾ। ਉਹਦਾ ਕੋਈ ਹੱਲ ਤੁਹਾਡੇ ਹਿਸਾਬ ਨਾਲ ਕੋਈ ਗਵਰਨਮੈਂਟ ਕਰ ਰਹੀ ਹੈ ਕਿ ਕੀ ਕੀਤਾ ਜਾ ਸਕਦਾ? ਜਿਹੜਾ ਡਾਲਰ ਤੇ ਰੁਪਈਏ ਵਾਲਾ ਉਹ ਤਾਂ ਪੰਜਾਬ ਗਵਰਨਮੈਂਟ ਦੇ ਹੱਥ 'ਚ ਕੁਛ ਹੈ ਨਹੀਂ, ਹੋ ਵੀ ਨਹੀਂ ਸਕਦਾ ਵੀ ਘਰ ਪ੍ਰਾਈਸ ਪ੍ਰਾਪਰਟੀ ਬਾਰੇ ਗੱਲ ਹੈ। ਜਦੋਂ ਰੰਧਾਵਾ ਸਾਹਿਬ ਜਦੋਂ ਨਾ ਆਪਣੇ ਫਿਰ ਆਪਾਂ ਗੱਲ ਉੱਥੇ ਨਾ ਜਿਹੜੀ ਪ੍ਰਾਪਰਟੀ ਉਸ ਟਾਈਮ ਵੀ ਜਦੋਂ ਅੱਜ ਤੋਂ ਤੁਸੀਂ 15 ਸਾਲ ਦੀ ਗੱਲ ਲਾ ਲਓ, ਮੈਨੂੰ 15 ਸਾਲ ਹੋ ਗਏ, ਜਦੋਂ ਬਈ ਪਿੰਡਾਂ ਵਿੱਚ ਵੀ ਕਿੱਲਾ 40-40 ਲੱਖ ਰੁਪਏ ਨੂੰ ਵਿਕਦਾ ਖੇਤੀ ਕਰਨ ਵਾਲਾ, ਆਪਾਂ ਕਹਿੰਦੇ 40 ਲੱਖ ਰੁਪਏ 'ਚੋਂ ਬੰਦਾ ਕੱਢੂ ਕੀ? ਪਰ ਉਸ ਟਾਈਮ ਗੱਲ ਇਹ ਸੀ ਵੀ ਉਹਦੇ ਵਿੱਚ ਜਿਹੜੀਆਂ ਸਪੈਕੂਲੇਸ਼ਨ ਕੰਪਨੀਆਂ ਸੀਗੀਆਂ ਆਪਣੀਆਂ, ਜਿਹੜੀਆਂ ਆਪਣੇ ਸਟਾਕ ਐਕਸਚੇਂਜ ਵਾਲੀਆਂ, ਉਹ ਬਹੁਤ ਆ ਗਈਆਂ ਸੀਗੀਆਂ। ਉਹਨਾਂ ਨੂੰ ਹੁੰਦਾ ਵੀ ਸਮਾਨ ਲਾਓ, ਉਹ ਉਹਨਾਂ ਨੇ ਸਪੈਕੂਲੇਸ਼ਨ ਦੇ ਵਿੱਚ ਪ੍ਰਾਈਸ ਇੰਨੀ ਵਧਾ ਦਿੱਤੀ ਕਿ ਲੋਕਾਂ ਨੂੰ ਵੀ ਇੰਨੇ ਜਿਹੜੇ ਲੋਕ ਉਸ ਟਾਈਮ ਘਰ ਜਾਂ ਪ੍ਰਾਪਰਟੀਆਂ ਲਈਆਂ ਸੀ ਲੋਕਾਂ ਨੇ, ਉਹਨਾਂ ਨੇ ਰਹਿਣ ਦੀ ਖਾਤਰ ਨਹੀਂ ਲਈਆਂ ਸੀ, ਲੋਕਾਂ ਨੇ ਗਾਹਾਂ ਵੇਚਣ ਦੀ ਖਾਤਰ ਫਲਿੱਪ ਮਨੀ ਮੋੜ ਉਹਦਾ ਫਿਰ ਉਹ ਜਿਹੜੀ ਸਪੈਕੂਲੇਸ਼ਨ ਉਹਦਾ ਐਂਡ ਤਾਂ ਹੁੰਦਾ ਹੀ ਹੈ, ਕਿਉਂਕਿ ਉਹ ਲੋਕਾਂ ਨੂੰ ਜਿਹੜੀ ਪ੍ਰਾਪਰਟੀ ਹੈਗੀ ਉਹਦੀ ਜ਼ਰੂਰਤ ਨਹੀਂ ਹੈਗੀ। ਜਿਹੜੀ ਪੰਜਾਬ ਦੇ ਵਿੱਚ ਪਬਲਿਕ ਰਹਿੰਦੀ ਆ ਉਹਨਾਂ ਨੂੰ ਉਹਦੀ ਜ਼ਰੂਰਤ ਨਹੀਂ ਸੀਗੀ, ਉਹਨਾਂ ਨੇ ਸਿਰਫ ਉਹ ਹੁਣ ਜਦੋਂ ਉਹ ਲੋਕ ਵਿੱਚੋਂ ਆਪਣਾ ਪੈਸਾ ਕੱਢ ਕੇ ਚਲੇ ਗਏ, ਹੁਣ ਜਿਹੜੇ ਐਟ ਦਾ ਐਂਡ ਆਪਾਂ ਕਹਿੰਦੇ ਹੁੰਦੇ ਆ ਵੀ ਜਿਹੜਾ ਜਿਹਦੇ ਕੋਲ ਉਹ ਪ੍ਰਾਪਰਟੀ ਰਹੇਗੀ, ਉਹ ਪ੍ਰਾਪਰਟੀ ਹੁਣ ਸਪੈਕੂਲੇਟਡ ਪ੍ਰਾਈਸਿਸ ਤੇ ਸੀ ਜੀ। ਸਪੈਕੂਲੇਟਡ ਪ੍ਰਾਈਸਿਸ ਨਾਲ ਉਹਦੀ ਪ੍ਰਾਈਸ ਸੀਗੀ ਐਕਚੁਅਲੀ 20 ਲੱਖ, ਉਹ ਉਸ ਟਾਈਮ 40 ਲੱਖ ਦੇ ਵਿੱਚ ਕੇ ਚਲੇ ਗਏ, ਕਰੋੜਾਂ 'ਚ ਵੇਚ ਕੇ ਚਲੇ ਗਏ। ਹੁਣ ਉਹਦੀ ਪ੍ਰਾਈਸ ਹੈ ਜਿਹੜਾ ਬੰਦਾ ਲੈ ਹੀ ਬੈਠਾ ਉਹ ਕਹਿੰਦਾ ਮੈਂ ਤਾਂ ਕਰੋੜ ਦਿੱਤਾ ਹੋਇਆ, ਮੈਂ ਉਹ 30 ਲੱਖ ਦੀ ਕਿਉਂ ਵੇਚਾਂ? ਉਹਦੀ ਐਕਚੁਅਲੀ ਪ੍ਰਾਈਸ ਜਿਹੜੀ ਉਸ ਟਾਈਮ ਇਕਨੋਮੀ ਦੇ ਹਿਸਾਬ ਨਾਲ 30 ਲੱਖ ਹੀ ਸੀ। ਹੁਣ ਪ੍ਰਾਪਰਟੀ ਦੀ ਪ੍ਰਾਈਸ ਐਡੀ ਜਲਦੀ ਤਾਂ ਉਹਦਾ ਡਿਮਾਂਡ ਐਂਡ ਸਪਲਾਈ ਦੀ ਇਹਨੂੰ ਆਪਾਂ ਜੇ ਗੱਲ ਨੂੰ ਜੋੜੀਏ ਤੇ ਇੱਕ ਤਰ੍ਹਾਂ ਦਾ ਰਿਸੈਸ਼ਨ ਵੀ ਕਿਹਾ ਜਾ ਸਕਦਾ। ਪ੍ਰਾਪਰਟੀ ਜਿਹੜੀ ਇੱਕ ਹੁੰਦੀ ਹੈ ਸਭ ਤੋਂ ਵੱਡਾ ਸੋਰਸ ਹੁੰਦੀ ਹੈ ਰਿਸੈਸ਼ਨ ਦਾ। ਆਪਾਂ ਅਮਰੀਕਾ 'ਚ ਰਹਿੰਦੇ ਹਾਂ, ਲੰਮੇ ਸਮੇਂ ਤੋਂ ਇੱਧਰ ਦੇਖ ਰਹੇ ਹਾਂ, ਇੱਥੇ ਜਿਹੜਾ ਹੈਗਾ ਰਿਸੈਸ਼ਨ ਉਹ ਵੱਧ ਤੋਂ 1.5, 2, 2.5 ਸਾਲ ਦਾ ਹੁੰਦਾ, ਪਰ ਇਹ ਜਿਹੜਾ ਹੁਣ ਪੰਜਾਬ ਦਾ ਰਿਸੈਸ਼ਨ ਆ ਉਹ ਇਸ ਵੇਲੇ 12-13 ਸਾਲ ਦਾ ਹੋ ਗਿਆ। ਇਹਨੂੰ ਉਭਾਰਨ ਲਈ ਜਾਂ ਕੋਈ ਸਪੈਸ਼ਲ ਕੋਈ ਇਹਦੇ ਲਈ ਕੋਈ ਕਾਰਜ ਜਿਹੜੇ ਹੋਣੇ ਇਸ ਵੇਲੇ ਬੜੇ ਜ਼ਰੂਰੀ ਆ, ਕੋਈ ਇਹੋ ਜਿਹੇ ਲੋਕਾਂ ਨੂੰ ਸਬਜ਼ ਬਾਗ ਦਿਖਾਏ ਜਾਣ ਵੀ ਉਹ ਪ੍ਰਾਪਰਟੀਜ਼ ਵੱਲ ਅਟਰੈਕਟ ਹੋਣ। ਜਿੰਨਾ ਚਿਰ ਅਟਰੈਕਟ ਨਹੀਂ ਹੋਣਗੇ, ਪ੍ਰਾਪਰਟੀ ਇੱਕ ਬੇਸ ਮੰਨਿਆ ਕਿਸੇ ਵੀ ਇਕਨੋਮੀ ਦਾ, ਜਿੰਨਾ ਚਿਰ ਪ੍ਰਾਪਰਟੀ ਦਾ ਕੰਮ ਉੱਤੇ ਨਹੀਂ ਜਾਂਦਾ, ਚਾਹੇ ਉਹ ਸੇਲ, ਚਾਹੇ ਪਰਚੇਜ਼ ਆ, ਚਾਹੇ ਉਹ ਡਿਵੈਲਪਮੈਂਟ ਆ, ਚਾਹੇ ਕੁਛ ਵੀ ਹੈ, ਬਹੁਤ ਸਾਰੇ ਲੋਕ ਉਹਦੇ ਨਾਲ ਜੁੜੇ ਹੁੰਦੇ ਆ। ਜਦੋਂ ਇੱਕ ਘਰ ਬਣਦਾ ਉਹ ਸਪਲਾਈ ਵੀ ਹੋਣੀ ਉਹਦੀ, ਉਹ ਸਪਲਾਇਰ ਕਿੰਨੇ ਹੁੰਦੇ ਆ, ਲੱਕੜ ਦਾ ਕੰਮ ਕਰਨ ਵਾਲੇ ਹੁੰਦੇ ਆ, ਇੱਟਾਂ ਦੇ ਭੱਠੇ ਹੁੰਦੇ ਆ, ਰੇਤਾ ਹੁੰਦੀ ਆ, ਮਿੱਟੀ ਹੁੰਦੀ ਆ, ਟਰੱਕਾਂ ਵਾਲੇ ਹੁੰਦੇ ਆ, ਲੇਬਰ ਹੁੰਦੀ ਆ, ਕਿੰਨੇ ਬੰਦਿਆਂ ਨੂੰ ਉਹਦੇ 'ਚ ਰੁਜ਼ਗਾਰ ਮਿਲਦਾ। ਮੇਰੇ ਕਹਿਣ ਦਾ ਮਤਲਬ ਇਸ ਤਰ੍ਹਾਂ ਦਾ ਕੋਈ ਜੇ ਉਪਰਾਲਾ ਹੋਵੇ ਪੰਜਾਬ ਗੌਰਮੈਂਟ ਵੱਲੋਂ, ਤੇ ਕੋਈ ਵੱਡੀ ਗੱਲ ਨਹੀਂ ਕਿ ਜਿਹੜਾ ਲੋਕਾਂ ਦੀ ਜਿਹੜੀ ਅਟਰੈਕਸ਼ਨ ਆ, ਜਿਹੜੇ ਬਾਹਰ ਰਹਿੰਦੇ ਆ ਅਸੀਂ NRIs, ਉਹਨਾਂ ਦੀ ਜਿਹੜੀ ਅਟਰੈਕਸ਼ਨ ਆ ਉਹ ਪੰਜਾਬ ਵੱਲ ਨੂੰ ਵਧੂਗੀ। ਇਹ ਉਹਨਾਂ ਚਿਰ ਨਹੀਂ ਵਧਣੀ ਜਿੰਨਾ ਚਿਰ ਉੱਥੇ ਕੋਈ ਡਿਵੈਲਪਮੈਂਟ ਸ਼ੁਰੂ ਨਹੀਂ ਹੁੰਦੀ। ਉਹਦੇ ਵਿੱਚ ਰੰਧਾਵਾ ਸਾਹਿਬ ਦੇਖੋ, ਆਪਾਂ ਜੇ ਆਪਾਂ ਸਾਜਵਾਲ ਨਾਲ ਦਿਖਾਈਏ ਲੋਕਾਂ ਨੂੰ ਸਹੀ ਗੱਲ ਪਤਾ ਚੱਲੇ, ਉਹ ਨਾ ਦੇਖੋ ਮੇਨ ਗੱਲ ਤਾਂ ਡਿਮਾਂਡ ਐਂਡ ਸਪਲਾਈ ਜੀ। ਡਿਮਾਂਡ ਕਿਵੇਂ ਵਧੂਗੀ? ਜਾਂ ਤਾਂ ਉੱਥੇ ਇੰਡਸਟਰੀ ਆਵੇ
ਜੀ ਇੰਡਸਟਰੀ ਆਉਣ ਨਾਲ ਜੌਬਾਂ ਹੋਣਗੀਆਂ, ਬਿਲਕੁਲ। ਜੌਬ ਵਾਲਿਆਂ ਕੋਲ ਪੈਸਾ ਹੋਊ ਤਾਂ ਉਹ ਨਵਾਂ ਘਰ ਪਾਉਣਗੇ। ਇਸ ਵਾਰ ਬੱਚਾ ਆਪਣੇ ਮਾਂ ਪਿਓ ਦੇ ਨਾਲ ਰਹਿਣ ਦੀ ਬਜਾਏ ਕੱਖ ਮੈਂ ਤਾਂ ਆਪਣਾ ਘਰ ਪਾਉਣਾ, ਮੇਰੇ ਕੋਲ ਪੈਸੇ ਹੈਗੇ ਜੀ ਤੇ ਉਹ ਕਰੂਗਾ ਤੇ ਫਿਰ ਐਕਸਪੈਂਸ਼ਨ ਹੋਊਗੀ ਤੇ ਜਾਂ ਫਿਰ ਉੱਥੇ ਮਾਈਗ੍ਰੇਸ਼ਨ ਤਾਂ ਐਕਚੁਅਲੀ ਉੱਥੋਂ ਅਸੀਂ ਬਾਹਰ ਨੂੰ ਆ ਰਹੇ ਹਾਂ ਜੀ ਉਹ ਤਾਂ ਇੰਪੋਸੀਬਲ ਆ। ਤੇ ਮੇਨ ਗੱਲ ਆ ਵੀ ਜੇ ਉੱਥੇ ਸਾਡੀ ਇਕਨੋਮੀ ਬੈਟਰ ਹੋਵੇ, ਇਕਨੋਮੀ ਤਾਂ ਦੀ ਬੈਟਰ ਹੋਊਗੀ ਜੇ ਉੱਥੇ ਨਵੀਆਂ ਕੋਈ ਕੰਪਨੀਆਂ ਆਉਣਗੀਆਂ। ਸਾਡੇ ਪੰਜਾਬ ਦੇ ਵਿੱਚ ਜਿਹੜੀ ਅਸੀਂ ਡਬਲ ਇੱਜ਼ਤ ਆਪਣੀ ਸੋੜ ਤੇ ਤੁਰਦੇ ਆ, ਸਾਨੂੰ ਸੈਂਟਰ ਵੀ ਵੱਢਦਾ, ਸਾਨੂੰ ਪਾਕਿਸਤਾਨ ਵੀ ਵੱਢਦਾ। ਜੀ ਸੈਂਟਰ ਵਾਲੇ ਕਹਿੰਦੇ ਇਹ ਆਪਣੇ ਹੈਗੀ ਆ ਬਾਰਡਰ ਸਟੇਟ ਆ, ਅਸੀਂ ਇੱਥੇ ਆ ਨਹੀਂ ਹੋਣ ਦੇਣਾ, ਇੱਥੇ ਉਹ ਨਹੀਂ ਹੋਣ ਦੇਣਾ ਉਹਦੇ ਨਾਲ। ਤੇ ਬਾਕੀ ਜਿਹੜੀ ਜਿਹੜੀ ਬਾਰਡਰ ਸਟੇਟ ਉਹ ਤਾਂ ਗੁਜਰਾਤ ਵੀ ਹੈ ਜੀ, ਰਾਜਸਥਾਨ ਵੀ ਪਰ ਗੁਜਰਾਤ ਉਹੀ ਹੈ ਨਾ, ਪਰ ਉਹਦੇ ਵਿੱਚ ਡਿਸਕ੍ਰਿਮੀਨੇਸ਼ਨ ਹੈ ਨਾ ਸਾਡੇ ਨਾਲ। ਉਹੀ ਗੱਲ ਹੈ ਨਾ। ਜਿਹੜੀ ਗੁਜਰਾਤ ਸਟੇਟ ਆ, ਜਿਹੜੇ ਲੋਕ ਗੁਜਰਾਤ ਦੀ ਖਾਤਰ ਤਾਂ ਉਹ ਮੋਦੀ ਹੁਣੀ ਸਭ ਕੁਝ ਕਰ ਰਹੇ ਆ, ਪਰ ਸਾਨੂੰ ਉਹ ਦਬਾ ਕੇ ਰੱਖਣਾ ਚਾਹੁੰਦੇ ਆ, ਤਾਂ ਆਬਵੀਅਸਲੀ ਹੈਗਾ ਹੀ ਆ ਪੰਜਾਬੀਆਂ ਨੂੰ। ਉਹਨੂੰ ਵੀ ਸਾਨੂੰ ਜਾਂ ਆਪਣੇ ਆਪ ਹੀ ਤਕੜਾ ਹੋਣਾ ਪਊ। ਹੁਣ ਜਿਵੇਂ ਮਾਨ ਹੋਣੇ ਲੱਗੇ ਹੋਏ ਤਾਂ ਹੈਗੇ ਆ, ਹੁਣ ਦੇਖੋ ਹਰ ਇੱਕ ਚੀਜ਼ ਦੇ ਵਿੱਚ ਭਗਵੰਤ ਮਾਨ ਕੋਈ ਵੀ ਕੁਝ ਕਰਦਾ ਉਹਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਸੈਂਟਰ ਆਪਣੇ ਗਵਰਨਰ ਦੇ ਥਰੂ ਹੁਣ ਤੇ ਗਵਰਨਰ ਦੀ ਬਹੁਤ ਜ਼ਿਆਦਾ ਹੋ ਗਈ। ਕਿਉਂਕਿ ਕਦੇ ਗਵਰਨਰ ਦਾ ਟਰਾਈ ਚੀਫ ਮਿਨਿਸਟਰ ਬਣ ਕੇ ਚਲਾਉਣ ਦੀ ਟਰਾਈ ਕਰ ਰਿਹਾ, ਕਦੇ ਬਾਰਡਰ ਤੇ ਜਾਂਦਾ। ਗਵਰਨਰ ਵਾਲੇ ਤਾਂ ਕੋਈ ਬਾਰਡਰ ਤੇ ਗਿਆ ਨਹੀਂ, ਉਹਦਾ ਕੀ ਮਤਲਬ ਬਾਰਡਰ ਤੇ 75 ਸਾਲ ਦੀ ਹਿਸਟਰੀ 'ਚ ਕਦੇ ਮਤਲਬ ਹੋਈ ਨਹੀਂ ਏਦਾਂ ਵੀ ਇੰਟਰਫੇਅਰ ਕਰੇ ਵੀ। ਉਹ ਟਰਾਈ ਕਰ ਰਹੇ ਆ ਵੀ ਅਸੀਂ ਇੰਟਰਫੇਅਰ ਕਰਕੇ ਗਵਰਨਰ ਕਹੇ ਵੀ ਉਹ ਜਾਣੀ ਚੀਫ ਮਿਨਿਸਟਰ ਵਾਲੀ ਫੀਲਿੰਗ ਲੈਂਦਾ, ਪਰ ਉਹ ਫੀਲਿੰਗ ਹੁਣ ਭਗਵੰਤ ਹੁਣ ਉਨੀ ਕੀ ਵੀ ਲੜਾਈ ਨਹੀਂ ਵਧਾਉਣਾ ਚਾਹੁੰਦਾ। ਮੇਰੇ ਖਿਆਲ ਸਹੀ ਢੰਗ ਨਾਲ ਚੱਲ ਰਿਹਾ ਵੀ ਉਨੀ ਕੀ ਵਧਾਉਣ ਕਾਰਨ ਜੇ ਨਾ ਉਹ ਸਹੀ ਢੰਗ ਨਾਲ ਲੜ ਸਕੇ। ਜੇ ਜ਼ਿਆਦਾ ਹੀ ਆਪਣੀ ਲੜਾਈ ਵੱਧ ਗਈ ਤਾਂ ਫਿਰ ਗਵਰਨਮੈਂਟ ਚਾਹੁੰਦੀ ਹੈ ਕਿ ਅਸੀਂ ਮਾਰਸ਼ਲ ਲਾ ਲਾ ਕੇ ਇੱਥੇ ਆਈਏ। ਇਸ ਕਰਕੇ ਆਈ ਥਿੰਕ ਸਮਾਰਟਲੀ ਪਲੇ ਕਰ ਰਿਹਾ। ਓਕੇ ਜੀ। ਹੁਣ ਗਵਰਨਰ ਦੀ ਗੱਲ ਤੁਰੀ ਸੀਗੀ ਤੇ ਗਵਰਨਰ ਦੀ ਗੱਲ ਵੀ ਕਰ ਲਈਏ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਜਿਹੜਾ ਪ੍ਰੋਬਲਮਸ ਆ ਇਸ ਵੇਲੇ ਬਹੁਤ ਵੱਧ ਗਈ ਆ। ਪਿੱਛੇ ਜੇ ਡਾਕਟਰ ਗੋਸਲ ਨੂੰ ਉਹਨਾਂ ਨੇ VC ਲਾਇਆ ਸੀ ਤੇ ਉਹ ਹੁਣ ਕਹਿੰਦਾ ਵੀ ਗੈਰ ਕਾਨੂੰਨੀ ਕੰਮ ਹੋਇਆ ਜਿਹੜਾ। ਹਾਂਜੀ ਦੇਖੋ ਗਵਰਨਰ ਇਸ ਗੱਲ ਵਿੱਚ ਬਿਲਕੁਲ ਗਲਤ ਆ। ਜਿਹਦੇ ਹੁਣ ਆਪਾਂ ਦੱਸੋ ਜਿਹੜਾ 1970 ਦੇ ਵਿੱਚ ਪੰਜਾਬ ਹਰਿਆਣਾ ਤੇ ਹਿਮਾਚਲ ਦਾ ਆਪਣੀ ਯੂਨੀਵਰਸਿਟੀ ਜਦੋਂ ਵੰਡੀ ਆ ਇਹਨਾਂ ਨੇ ਆਪਣੇ ਰਾਜ ਬਣਨ ਤੋਂ ਬਾਅਦ, ਪਹਿਲਾਂ ਪਾਕਿਸਤਾਨ ਤੋਂ ਫਿਰ ਲੁਧਿਆਣਾ ਤੇ ਆਪਣੇ ਤਿੰਨ ਕੈਂਪਸ ਸੀਗੇ, ਹਿਮਾਚਲ ਸੀ ਤੋਂ ਵੰਡੀ ਆ। ਤੇ ਉਹਦੇ ਵਿੱਚ ਕਲੀਅਰ ਲਿਖਿਆ ਹੋਇਆ ਵੀ ਪੰਜਾਬ ਇਹਨਾਂ ਨੇ ਬੋਰਡ ਬਣਾਇਆ। ਬੋਰਡ ਦੇ ਵਿੱਚ ਵੀ ਇੰਨਾ ਵਧੀਆ ਬੋਰਡ ਬਣਾਇਆ, ਮੈਂ ਵੀ ਪੜ੍ਹੇ ਤੋਂ ਪਤਾ ਲੱਗਿਆ ਜਿਹਦੇ ਵਿੱਚ ਪ੍ਰੋਗਰੈਸਿਵ ਕਿਸਾਨ ਵੀ ਆ, ਉਹਦੇ ਵਿੱਚ ਆਮ ਬੰਦਾ ਕੰਮ ਕਰਨ ਵਾਲਾ ਵੀ ਹੈਗਾ, ਉਹਦੇ ਵਿੱਚ ਬਿਊਰੋਕਰੈਟਿਕ ਵੀ ਹੈਗੇ ਆ, ਉਹਦੇ ਵਿੱਚ ਆਪਣੇ ਸਮਾਜ ਸੇਵੀ ਲੋਕ ਵੀ ਹੈਗੇ ਆ। ਉਹ ਬੋਰਡ ਨੂੰ ਗਵਰਨਮੈਂਟ 3 ਬੰਦੇ ਲੱਭ ਕੇ ਦਿੰਦੀ ਹੈ ਜੀ, ਜਿਹਦੇ ਵਿੱਚ ਇੱਥੋਂ ਆਪਣੇ ਤੋਂ ਰੰਧਾਵਾ ਸਾਹਿਬ ਲਖਵਿੰਦਰ ਸਿੰਘ ਰੰਧਾਵਾ ਅਮਰੀਕਾ ਤੋਂ ਗਏ ਸੀ, ਡਾਕਟਰ ਲਖਵਿੰਦਰ ਨਾਲ ਡਾਕਟਰ ਬੈਂਸ ਤੇ ਇੱਕ ਡਾਕਟਰ ਗੋਸਲ, 3 ਸੀ ਜੀ। ਤਿੰਨਾਂ ਵਿੱਚੋਂ ਉਹਨਾਂ ਨੇ ਡਾਕਟਰ ਗੋਸਲ ਨੂੰ ਚੁਣਿਆ ਜੀ। ਚਲੋ ਸਾਡੀ ਖੈਰ ਸੀ, ਸਾਡੇ ਯਾਰ ਦੋਸਤ ਸੀ ਰੰਧਾਵਾ ਸਾਹਿਬ ਜੋ ਲੱਗਦੇ, ਪਰ ਠੀਕ ਆ ਜੋ ਉਹਨਾਂ ਨੂੰ ਚੰਗਾ ਲੱਗਿਆ ਉਹਨਾਂ ਨੇ ਯੂਨੈਨਿਮਸਲੀ ਚੂਜ਼ ਕਰ। ਯੂਨੈਨਿਮਸ ਮੀਨ ਕਿਸੇ ਵੀ ਮੈਂਬਰ ਨੇ ਕਿੰਤੂ ਪਰੰਤੂ, ਜੇ ਉਹਨਾਂ ਚੋਂ ਇੱਕ ਵੀ ਮੈਂਬਰ ਕਿੰਤੂ ਪਰੰਤੂ ਕਰਦਾ ਵੀ ਅਸੀਂ ਮੈਂ ਗੋਸਲ ਨੂੰ ਅਸੀਂ ਨਹੀਂ ਲਾਉਣਾ, ਮੈਂ ਨਹੀਂ ਮੰਨਦਾ, ਫਿਰ ਗਵਰਨਰ ਦੀ ਇੰਟਰਫੀਅਰੈਂਸ ਕਾਨੂੰਨ ਦੇ ਮੁਤਾਬਕ ਬਣਦੀ ਹੈ। ਜਦੋਂ ਉਹਨਾਂ ਨੇ ਯੂਨੈਨਿਮਸਲੀ ਲਾਇਆ, ਗਵਰਨਰ ਦੀ ਕੋਈ ਇੰਟਰਫੀਅਰੈਂਸ ਨਹੀਂ ਬਣਦੀ। ਇਸ ਕਰਕੇ ਗਵਰਨਰ ਤਾਂ ਹੀ ਜਸਟ ਟ੍ਰਾਈਂਗ ਟੂ ਬੀ ਬਿਗ ਮੈਨ ਬਟ ਹੀ ਇਜ਼ ਨਾਟ ਅ ਬਿਗ ਮੈਨ। ਜੀ ਬਿਲਕੁਲ। ਦੂਜੀ ਆਪਾਂ ਹੁਣ ਦੁਬਾਰਾ ਫਿਰ ਪੰਜਾਬ ਦੇ ਕੰਮਾਂ ਤੇ ਆਈਏ ਜਿੱਥੇ ਸਾਡੀ ਜਿਹੜੀ NRI ਸਾਡੀ ਵਸੋਂ ਆ ਉਹਨਾਂ ਦਾ ਜਿਹੜਾ ਧਿਆਨ ਜਾਂਦਾ ਇਹ ਉੱਥੇ ਜਿਹੜੇ ਬਹੁਤ ਸਾਰੇ ਅਧਿਆਪਕ ਟੀਚਰ ਆ ਇਸ ਹਾਲੇ ਵੀ ਉਹ ਧਰਨੇ ਆ ਉਹ ਦਿੱਤੇ ਜਾ ਰਹੇ ਆ। ਕਦੇ ਵੀ ਮਤਲਬ ਉਹਨਾਂ ਦਾ ਰੁਕਿਆ ਹੀ ਨਹੀਂ ਕੰਮ, ਚਾਹੇ ਉਹ ਗਵਰਨਮੈਂਟ ਅਕਾਲੀਆਂ ਦੀ ਸੀ, ਚਾਹੇ ਕਾਂਗਰਸ ਦੀ ਸੀ, ਚਾਹੇ ਹੁਣ ਆਮ ਆਦਮੀ ਪਾਰਟੀ ਦੀ ਆ ਗਈ। ਕੀ ਚੱਕਰ ਆ ਹਾਲੇ ਤੱਕ ਉਹਨਾਂ ਦੇ ਧਰਨੇ ਕਿਉਂ ਨਹੀਂ ਬੰਦ ਕੀਤੇ ਜਾ ਸਕੇ, ਕਿਉਂ ਨਹੀਂ ਉਹਨਾਂ ਦੀ ਮੰਗਾਂ ਪੂਰੀਆਂ ਕੀਤੀਆਂ ਜਾ ਸਕਦੀਆਂ? ਕਿਉਂਕਿ ਹਾਲੇ ਮੈਂ ਇੱਕ ਗੱਲ ਇਸ ਕਰਕੇ ਕਹਿੰਦਾ ਬਹੁਤ ਸਾਰੇ ਸਕੂਲ ਜਿਹੜੇ ਹਾਲੇ ਵੀ ਅਜਿਹੇ ਆ, ਸਿੱਖਿਆ ਵਿਦਿਅਕ ਅਦਾਰੇ ਜਿਹੜੇ ਆ ਉਹ ਬੜੇ ਇਹੋ ਜਿਹੇ ਜਿੱਥੇ ਟੀਚਰਾਂ ਦੀ ਲੋੜ ਆ ਪਰ ਉਹਨਾਂ ਨੂੰ ਭਰਿਆ ਨਹੀਂ ਜਾ ਰਿਹਾ। ਜਿਹੜੀ ਪ੍ਰੋਬਲਮ ਰੰਧਾਵਾ ਸਾਹਿਬ ਐਡੀ ਵੱਡੀ ਕ੍ਰੀਏਟ ਕਰਕੇ ਪਹਿਲੀਆਂ ਜਿਹੜੀਆਂ ਹੈਗੀਆਂ ਜਿਹਦੇ ਵਿੱਚ ਤਾਂ ਸੀ ਵੀ ਜਿਹੜੇ ਸਾਰਿਆਂ ਦੇ ਸਕੂਲ ਆ, ਸ਼ਹਿਰੀ ਸਕੂਲ ਆ, ਉਹਦੇ ਵਿੱਚ ਤਾਂ ਜਿੱਥੇ 2 ਟੀਚਰਾਂ ਦੀ ਜ਼ਰੂਰਤ ਉਹ 4 ਬੈਠੇ ਆ, ਕਿਉਂਕਿ ਉਸ ਟਾਈਮ ਪੈਸਾ ਦਿਓ ਤੇ ਆਪਣੀ ਬਦਲੀ ਕਰਵਾਓ ਤੇ ਆਪਣੀ ਅਪਾਇੰਟਮੈਂਟ ਕਰਵਾ ਲਓ। ਜਿਹੜੇ ਪਿੰਡਾਂ ਦੇ ਸਕੂਲ ਆ ਉਹਨਾਂ ਵਿੱਚ ਕੋਈ ਨਹੀਂ ਸੀਗਾ ਤੇ ਹੁਣ ਉਹਨਾਂ ਨੂੰ ਫਿਗਰ ਆਊਟ ਕਰ ਰਹੇ ਵੀ ਕਿਹੜੇ ਬੰਦਿਆਂ ਨੂੰ ਪਹਿਲਾਂ ਦੋਗਾ। ਬਾਕੀ ਜਿਹੜੇ ਹੁਣ ਟੀਚਰ ਆ ਇਹ ਵੀ ਤਾਂ ਹੁਣ ਥੋੜਾ ਜਿਹਾ
ਲੋਕਾਂ ਨੂੰ ਵੀ ਸਮਝਣ ਵੀ ਜਿੰਨੀਆਂ ਜੌਬ ਓਪਨਿੰਗਾਂ ਗਵਰਨਮੈਂਟ ਉਨੀ ਦੇ ਸਕਦੀ ਹੈ। ਜੀ ਜੀ ਹੁਣ ਜੇ ਟੀਚਰਾਂ ਦੀ ਜੌਬ ਹੈਗੀ ਆ, ਕੰਸੀਡਰ ਕਰੋ 20,000 ਓਪਨ, ਜੀ 20,000 ਭਰਨਗੇ। ਦੇਖੋ 17-18,000 ਤਾਂ ਸਾਰੇ ਮਹਿਕਮੇ 'ਚ ਭਰਤੀ, ਕਿਉਂਕਿ ਹੌਲੀ ਹੌਲੀ ਰੈਵਨਿਊ ਤਿਆਰ ਹੋਊ ਤਾਂ ਨਾਲ ਹੀ ਭਰੀ ਜਾਊਗੀ। ਪਰ ਜੇ ਹੁਣ ਬੰਦਾ B.Ed ਕਰੀ ਫਿਰਦਾ 5 ਲੱਖ, ਹੁਣ 5 ਲੱਖ ਬੰਦੇ ਨੂੰ ਕਿੱਥੇ ਲਾਉਣ? ਇਹਦੇ ਵਿੱਚ ਲੋਕਾਂ ਨੂੰ ਵੀ ਆਪਣੇ ਹਿਸਾਬ ਕਿਤਾਬ ਨਾਲ ਦੇਖਣਾ ਪੈਣਾ ਵੀ ਜਿਹੜੀ ਅਸੀਂ ਐਜੂਕੇਸ਼ਨ ਲੈਂਦੇ ਆ, ਉਹ ਅਸੀਂ ਐਜੂਕੇਸ਼ਨ ਜਿਹੜੀ ਚੀਜ਼ ਦੀ ਡਿਮਾਂਡ ਆ ਉਹ ਚੀਜ਼ ਦੀ ਲਈਏ। ਹਰ ਇੱਕ ਬੰਦਾ ਚਾਹੁੰਦਾ ਮੈਂ ਸੌਖੀ ਚੀਜ਼ ਕਰ ਲਵਾਂ ਤੇ ਫਿਰ ਮੈਨੂੰ ਜ਼ਿੰਦਗੀ ਭਰ ਦੇ ਵਿੱਚ ਗਵਰਨਮੈਂਟ ਦੀਆਂ ਰੋਟੀਆਂ ਮਿਲ ਜਾਣ, ਪਰ ਇਹ ਨਹੀਂ। ਪਰ ਤੁਸੀਂ ਇਹ ਦੇਖੋ ਆਪਣੀ ਇੰਡਸਟਰੀ ਵਿੱਚ ਡਿਮਾਂਡ ਕੀ ਆ। ਡਿਮਾਂਡ ਹੈਗੀ ਅੱਜ ਕੱਲ੍ਹ ਸਕਿੱਲ ਵਰਕਰ ਦੀ, ਅੱਜ ਕੱਲ੍ਹ ਕੰਪਿਊਟਰ ਦੀ ਹੁੰਦੀ ਹੈ ਨਾ, ਕੰਪਿਊਟਰ ਦੀ ਐਜੂਕੇਸ਼ਨ ਥੋੜੀ ਔਖੀ ਆ ਲੈਣੀ। ਤੁਸੀਂ ਉਹ ਐਜੂਕੇਸ਼ਨ ਲਾਓ ਤੇ ਤੁਸੀਂ ਕਿਤੇ ਵੀ ਦੁਨੀਆ 'ਚ ਕੰਮ ਕਰ ਸਕਦੇ, ਤੁਹਾਨੂੰ ਜ਼ਰੂਰਤ ਹੀ ਨਹੀਂ ਪਏਗੀ ਗਵਰਨਮੈਂਟ ਨੂੰ ਮਗਰ ਜਾਣ ਦੀ। ਪਰ ਠੀਕ ਆ ਵੀ ਸਾਨੂੰ ਹਾਲੇ ਵੈਸੇ ਵੀ ਕਹਿ ਰਹੇ ਆ ਵੀ ਪੰਜਾਬ ਸਰਕਾਰ ਕੋਲ ਜਿਹੜਾ ਪਿਛਲਾ ਪੈਸਾ ਜਿਹੜਾ ਹਾਲੇ ਇੰਨਾ ਨਹੀਂ ਹੈਗਾ, ਖਜ਼ਾਨਾ ਖਾਲੀ ਹੈ ਕਹਿੰਦੇ ਆ। ਪਰ ਇਹਨਾਂ ਨੂੰ ਆਪ ਹੀ ਹੁਣ ਰੈਵਨਿਊ ਜਿਹੜਾ ਤਿਆਰ ਕਰਨਾ ਜ਼ਰੂਰੀ ਹੋ ਗਿਆ। ਜੇ ਰੈਵਨਿਊ ਤਿਆਰ ਹੋਊਗਾ ਤੇ ਸਾਰੇ ਜਿਹੜੇ ਮੈਨੂੰ ਲੱਗਦਾ ਮਸਲੇ ਹੱਲ ਹੋ ਜਾਣਗੇ। ਹੌਲੀ ਹੌਲੀ ਹੋ ਰਿਹਾ, ਕਿਉਂਕਿ ਜਿਵੇਂ ਹੁਣ ਪਹਿਲੇ ਸਾਲ ਮੈਂ ਨਾਲ ਇਹ ਕਹਿਣਾ ਚਾਹੁੰਦਾ ਵੀ ਜਿੰਨਾ ਚਿਰ 100% ਠੱਲ ਨਹੀਂ ਪੈਂਦੀ ਰਿਸ਼ਵਤਖੋਰੀ ਨੂੰ, ਅਫਸਰਾਂ ਦੇ ਘਰ ਭਰਨੇ ਬੰਦ ਨਹੀਂ ਹੁੰਦੇ, ਉਹਨਾਂ ਚਿਰ ਰੈਵਨਿਊ ਜਿਹੜਾ ਬਣਨਾ ਬੜਾ ਮੁਸ਼ਕਿਲ ਆ, ਚਾਹੇ ਉਹ ਪੰਜਾਬ ਆ ਚਾਹੇ ਕੋਈ ਹੋਰ ਜਗ੍ਹਾ। ਇਸ ਗੱਲ ਤੇ ਵੀ ਗੱਲ ਆਪਾਂ ਕਰ ਲੈਂਦੇ ਹਾਂ, ਕਿਉਂਕਿ ਆਲਮੋਸਟ ਤੁਸੀਂ ਕਹੋ 90% ਤਾਂ ਹੋ ਗਿਆ ਬੰਦ ਜੀ। ਹੁਣ ਗੱਲ ਹੈ ਜਿਹੜੀ ਬਿਊਰੋਕ੍ਰੇਸੀ ਆ, ਹੁਣ ਉਹਨਾਂ ਨੂੰ ਪਤਾ ਵੀ ਸਾਡੀਆਂ ਪਰਮਾਨੈਂਟਲੀ ਰੋਟੀਆਂ ਜਾਂਦੀਆਂ ਰਹੀਆਂ ਇਹ 'ਚੋਂ, ਕਿਉਂਕਿ ਅੱਗੇ ਤਾਂ ਲੋਕ ਤਨਖਾਹ ਲੈਣ ਜਾਂਦੇ ਹੀ ਨਹੀਂ ਸੀ, ਆਪਣੇ ਕੰਮ ਚੱਲਦਾ ਸੀ। ਹੁਣ ਉਹ ਬਿਊਰੋਕ੍ਰੇਸੀ ਆ ਹਰ ਇੱਕ ਚੀਜ਼ ਦੇ ਵਿੱਚ ਉਹ ਲੱਤ ਫਸਾਉਂਦੀ ਹੈ, ਕਿਉਂਕਿ ਤੁਸੀਂ ਆਸ਼ੂ ਵਿੱਚ ਉਹ ਬਹੁਤ ਵੱਡੀ ਕਰਪਸ਼ਨ ਹੋਈ ਹੈ, ਉਹਦੀਆਂ ਜਿਹੜੀਆਂ ਮੇਨ 2 ਫਾਈਲਾਂ ਗੁੰਮ ਜੀ। ਫਿਰ ਆਲਮੋਸਟ 1400 ਬੰਦੇ ਨੂੰ ਜਿਹੜੇ ਤੇ ਕੇਸ ਬਣੇ ਹੋਏ ਹੁਣ ਦੇ ਨਹੀਂ, ਵਿਜੀਲੈਂਸ ਬਿਊਰੋ ਦੇ ਬਣਾਏ ਹੋਏ ਆ, ਜਿਹਦੇ ਵਿੱਚ ਜੰਜੂਆ ਸਾਹਿਬ 2 ਦਿਨ ਪਹਿਲਾਂ ਮਾਨ ਸਾਹਿਬ ਨਾਲ ਮੀਟਿੰਗ ਕਰੀ ਸੀ। ਮਾਨ ਸਾਹਿਬ ਨੇ ਸਪੈਸ਼ਲ ਸਾਰੇ ਸੈਕਟਰੀ ਸਾਰੇ ਮਹਿਕਮਿਆਂ ਦੇ ਮੰਗਾਏ ਆ, ਕਿਉਂ ਇਹਨਾਂ ਦੇ ਇੱਕ ਕਾਨੂੰਨ ਇਹਨੇ ਗਲਤ ਬਣਾਏ ਹੋਏ ਆ, ਜਿਹਦੇ ਵਿੱਚ ਕਿ ਵੀ ਜੇ ਤੁਸੀਂ ਕਿਸੇ ਵੀ IPS IAS ਅਫਸਰ ਦੇ ਉੱਪਰ ਕੇਸ ਚਲਾਉਣਾ ਤਾਂ ਉਹਦੇ ਜਿਹੜੇ ਉਹਨਾਂ ਦਾ ਉਹਦਾ ਸੈਕਟਰੀ ਆ ਉਹ ਤੋਂ ਮਨਜ਼ੂਰੀ ਲੈਣੀ ਬਹੁਤ ਜ਼ਰੂਰੀ ਆ। ਸੈਕਟਰੀ ਕਈ ਕੇਸ ਆ 15-15 ਸਾਲ ਦੇ ਆਪਣੇ ਪਏ ਆ ਵੀ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲ ਰਹੀ ਕੇਸ ਚਲਾਉਣ ਦੀ, ਤੇ ਹੌਲੀ ਹੌਲੀ ਕੀ ਹੁੰਦਾ ਵੀ ਜਿਹੜੀ ਐਵੀਡੈਂਸ ਉਹ ਖਤਮ ਹੋ ਜਾਂਦੇ ਆ ਤੇ ਉਹ ਲੋਕ ਬਰੀ ਹੋ ਜਾਂਦੇ ਆ। ਇਹ ਬਿਊਰੋਕ੍ਰੇਸੀ ਦਾ ਸਿਸਟਮ ਬਣਾਇਆ ਹੋਇਆ ਤੇ ਕੰਮ ਹੋ ਰਿਹਾ, ਪਰ ਮੇਰੇ ਖਿਆਲ ਮਾਨ ਸਾਹਿਬ ਨੇ ਉਹ ਤੇ ਸੀਰੀਅਸ ਐਕਸ਼ਨ ਲਿਆ 2 ਦਿਨ ਪਹਿਲਾਂ, ਦੇਖੋ ਕਿੱਥੇ ਜਾਂਦਾ ਕੰਮ। ਜੀ ਠੀਕ ਹੈ। ਹੁਣ ਆਪਾਂ ਥੋੜਾ ਜਿਹਾ ਸੁਰੱਖਿਆ ਦਸਤਿਆਂ ਵੱਲ ਆਈਏ, ਕਿਉਂਕਿ ਤੁਸੀਂ ਹੁਣੇ ਗੱਲ ਕੀਤੀ ਆ ਬਿਊਰੋਕ੍ਰੇਸੀ ਦੀ, ਉਹਦੇ 'ਚ ਪੁਲਿਸ ਡਿਪਾਰਟਮੈਂਟ ਵੀ ਆ ਜਾਂਦਾ। ਬਹੁਤ ਸਾਰੀਆਂ ਜਿਹੜੀਆਂ ਵਾਰਦਾਤਾਂ ਉਹ ਪਹਿਲਾਂ ਨਾਲੋਂ ਜ਼ਿਆਦਾ ਵਧੀਆਂ। ਬਹੁਤ ਸਾਰੇ ਸਾਡੇ ਨੌਜਵਾਨ ਜਿਹੜੇ ਆ ਉਹ ਮਾਰੇ ਜਾ ਚੁੱਕੇ ਆ, ਜਿਹਦੇ ਵਿੱਚ ਸਿੱਧੂ ਮੂਸੇਵਾਲਾ ਵੀ ਆ, ਕਬੱਡੀ ਪਲੇਅਰ ਸੰਧੂ ਵੀ ਹੈਗਾ, ਹੋਰ ਵੀ ਕੁਝ ਲੋਕ ਜਿਹੜੇ ਆ ਉਹ ਮਾਰੇ ਜਾ ਚੁੱਕੇ ਆ, ਕੁਝ ਪੋਲੀਟੀਕਲ ਪਾਰਟੀ ਦੇ ਜਿਹੜੇ ਨੁਮਾਇੰਦੇ ਉਹ ਵੀ ਮਾਰੇ ਜਾ ਚੁੱਕੇ ਆ। ਪਰ ਹਾਲੇ ਤੱਕ ਜਿਹੜਾ ਐਕਸ਼ਨ ਆ ਉਹ ਬੜਾ ਕਹਿੰਦੇ ਸਲੋ ਹੋ ਰਿਹਾ। ਕੋਈ ਤਰੀਕਾ ਕੀ ਹੋ ਸਕਦਾ ਇਹਨੂੰ ਤੇਜ਼ ਕਰਨ ਨੂੰ? ਕਿਸ ਤਰੀਕੇ ਨਾਲ ਇਹਨੂੰ ਸਾਰੇ ਇਹ ਮਸਲੇ ਜਿਹੜੇ ਆ ਉਹ ਜਿਹੜੇ ਪਿਛਲੇ ਵਾਰਦਾਤਾਂ ਹੋਈਆਂ ਉਹਨਾਂ ਨੂੰ ਠੱਲ ਪਾਈ ਜਾਵੇ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੀ ਆ ਉੱਥੇ ਪੀਸ ਰੱਖੀ ਜਾਵੇ? ਪੀਸ ਤੇ ਰੰਧਾਵਾ ਸਾਹਿਬ ਮੇਨ ਗੱਲ ਤਾਂ ਹੈ ਜਿਹੜੀ ਫਿਰ ਗੱਲ ਬਿਊਰੋਕ੍ਰੇਸੀ ਤੇ ਆ ਜਾਂਦੀ ਹੈ, ਜਿਹੜੀ ਟਾਪ ਲੈਵਲ ਦੀ ਬਿਊਰੋਕ੍ਰੇਸੀ ਆ, ਜਿਸ ਤੁਸੀਂ SSP ਤੋਂ ਉੱਪਰ ਦੀ ਬਿਊਰੋਕ੍ਰੇਸੀ ਲਾ ਲਓ, SSP ਲੈਵਲ IPS ਲੈਵਲ ਤੋਂ ਉੱਪਰ ਦੀ ਬਿਊਰੋਕ੍ਰੇਸੀ ਆ। ਪਹਿਲੀ ਗੱਲ ਤਾਂ ਜਿੰਨੇ ਵੀ ਉੱਪਰ ਆਫਿਸਰ ਉਹ ਸਾਰੇ ਇੱਕ ਦੂਜੇ ਦੇ ਰਿਸ਼ਤੇਦਾਰ ਆ ਜੀ, ਪਲੱਸ ਉਹ ਜਿੰਨੇ ਪੋਲੀਟੀਸ਼ੀਅਨ ਆ ਪੁਰਾਣੇ ਵਾਲੇ ਉਹਨਾਂ ਦੇ ਵੀ ਰਿਸ਼ਤੇਦਾਰ ਨੇ ਜੀ, ਜਾਂ ਉਹਨਾਂ ਨੂੰ ਕੋਈ ਉਹਨਾਂ ਦੀ ਅੰਗਲੀ ਸੰਗਲੀ ਕਿਤੇ ਨਾ ਕਿਤੇ ਜਾ ਕੇ ਰਲਦੀ ਆ। ਤੇ ਜਿਹੜੇ ਵੀ ਆ ਕੇਸ ਨੇਗੇ, ਚਾਹੇ ਆਪਾਂ ਹੁਣ ਚਾਹੇ ਉਹਨੂੰ ਆਪਾਂ ਡਰੱਗ ਕੇਸ ਲਾ ਲਈਏ, ਮੇਨ ਕੇਸ ਵੱਡੇ ਡਰੱਗ ਦੇ ਕੇਸ ਹੋਣ, ਕਿਉਂਕਿ ਉਹਨਾਂ ਦੀ 70 ਸਾਲ ਤੋਂ ਬਗੈਰ ਤਾਂ ਡਰੱਗ ਨਹੀਂ ਵਿਕ ਸਕਦੀ ਸੀ ਜੀ। ਤੇ ਜਿਹੜੇ ਆਪਣੇ ਆਹ ਕ੍ਰਿਮੀਨਲ ਤੇ ਕ੍ਰਾਈਮ ਤੇ ਫਿਰ ਆਪਾਂ ਆਉਂਦੇ ਆ ਵੀ ਇਹ ਜਿੰਨੀਆਂ ਵੀ ਇਹ ਚੀਜ਼ਾਂ ਉਹਦੇ ਵਿੱਚ ਹਲੇ ਬਿਊਰੋਕ੍ਰੇਸੀ ਹਲੇ ਰਾਹ ਨਹੀਂ ਦੇ ਰਹੀ। ਤੇ ਬਾਕੀ ਜਿਹੜੇ ਹੈਗੇ ਆ ਮੇਨ ਗੱਲ ਤਾਂ ਗੈਂਗਵਾਰ ਦੀ ਹੈ, ਕ੍ਰਾਈਮ ਦਾ ਗੈਂਗਸਟਰ ਆਪਾਂ ਨੂੰ ਸੋਚਣਾ ਚਾਹੀਦਾ ਵੀ ਇਹ ਪੈਦਾ ਕਿੱਥੋਂ ਹੋਇਆ ਜੀ। ਪੈਦਾ ਦੇਖੋ ਅੱਗੇ ਤੋਂ ਜਦੋਂ ਆਪਾਂ ਕਾਲਜ ਟਾਈਮ ਹੁੰਦੇ ਸੀ, ਤੁਹਾਡੇ ਟਾਈਮ PSU ਵਗੈਰਾ ਹੁੰਦੇ ਸੀ, ਸਾਡੇ ਟਾਈਮ ਸਿੱਖ ਸਟੂਡੈਂਟ ਫੈਡਰੇਸ਼ਨ ਹੁੰਦੀ ਸੀ, ਅਸੀਂ AD ਦੇ ਵਿੱਚ ਕਾਲਜ ਗਏ ਆ, ਤੇ ਉਹਨਾਂ ਦਾ ਏਜੰਡਾ ਕੋਈ ਹੋਰ ਹੁੰਦਾ ਸੀ। ਕੋਈ ਤਾਂ PSU ਸੀ ਵੀ ਸਾਨੂੰ ਵੱਧ ਅਧਿਕਾਰ ਚਾਹੀਦੇ ਆ, ਆਮ ਲੋਕ ਬਰਾਬਰ ਹੋਣੇ ਚਾਹੀਦੇ, ਐਜੂਕੇਸ਼ਨ ਦੀ ਗੱਲ ਸੀ। ਸਿੱਖ ਸਟੂਡੈਂਟ ਫੈਡਰੇਸ਼ਨ ਦਾ ਵੀ ਚਲੋ ਉਹਦਾ ਧਰਮ ਦਾ ਮੁੱਦਾ ਸੀ ਸਾਡੇ ਤਾਂ, ਪਰ ਉਹਨਾਂ ਦੇ ਫਿਰ ਵੀ ਕੋਈ ਗੋਲ ਸੀ। ਪਰ ਜਦੋਂ ਸੁਖਬੀਰ ਬਾਦਲ ਨੇ SOI ਬਣਾਈ, ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ, ਉਹਨਾਂ ਬੰਦਿਆਂ ਦਾ ਇੱਕੋ ਇੱਕ ਮੁੱਦਾ ਸੀ ਪੈਸੇ ਇਕੱਠੇ ਕਰਨਾ ਜੀ।
ਸੁਖਬੀਰ ਬਾਦਲ ਨੇ ਉਹਨੂੰ ਖੋਲ੍ਹ ਦਿੱਤੀ। ਉਹਨਾਂ ਲੋਕਾਂ ਨੇ ਪੈਸੇ ਕਿਵੇਂ ਬਣਨੇ ਸੀ? ਗੁੰਡਾਗਰਦੀ ਨਾਲ। ਚਾਹੇ ਲੋਕਾਂ ਤੋਂ ਪੈਸੇ ਲੁੱਟੋ, ਚਾਹੇ ਡਰੱਗ ਵੇਚੋ, ਚਾਹੇ ਤੁਸੀਂ ਬੰਦੇ। ਜਦੋਂ ਹੁਣ ਸੁਖਬੀਰ ਹੋਣੀ ਪਾਵਰ ਚੋਂ ਬਾਹਰ ਚਲੇ ਗਏ, ਜਿਹੜਾ ਬੰਦਾ ਕਾਲਜ ਦੇ ਵਿੱਚ ਡਾਕਟਰ ਬਣ ਕੇ ਨਿਕਲਦਾ ਉਹ ਡਾਕਟਰੀ ਕਰਦਾ, ਜਿਹੜਾ ਇੰਜੀਨੀਅਰ ਬਣ ਕੇ ਨਿਕਲਦਾ ਇੰਜੀਨੀਅਰਿੰਗ ਕਰਦਾ। ਜਿਹੜੇ ਬੰਦੇ ਨੇ 4 ਸਾਲ ਮਾਰ ਧਰ ਕਰਕੇ ਲੋਕਾਂ ਤੋਂ ਪੈਸੇ ਲੁੱਟੇ, ਉਹ ਕੀ ਕਰੂਗਾ ਉਸ ਤੋਂ ਬਾਅਦ? ਉਹਨੂੰ ਤਾਂ ਉਹੀ ਆਉਂਦਾ। ਉਹਨਾਂ ਲੋਕਾਂ ਨੇ ਉਹ ਗੈਂਗਸਟਰ ਬਣ ਗਏ। 100 ਜਿੰਨੇ ਵੀ ਗੈਂਗਸਟਰ ਆ ਉਹਨਾਂ ਲੋਕਾਂ ਦਾ ਆਪਣੀ ਜਿਹੜੀ SOI ਆ ਉਹਨਾਂ ਨਾਲ ਕੋਈ ਨਾ ਕੋਈ ਸੰਬੰਧ ਨਿਕਲਦਾ। ਤੇ ਇਸ ਕਰਕੇ ਵੀ ਐਸੀ ਜਿਹੀ ਗੱਲ ਆ ਵੀ ਹੁਣ ਉਹਦੇ ਗਵਰਨਮੈਂਟ ਲੱਗੀ ਹੋਈ ਆ, ਹੌਲੀ ਹੌਲੀ ਲੱਗੀ ਹੋਈ ਆ। ਵਿਚਾਰੇ ਲੋਕਾਂ ਦੇ ਜਵਾਕਾਂ ਨੂੰ ਤੇ ਇਹਨਾਂ ਲੋਕਾਂ ਨੇ ਗਲਤ ਰਾਹ ਪਾ ਦਿੱਤਾ। ਹੁਣ ਬੱਚਿਆਂ ਨੂੰ ਜੇ ਉਹਨਾਂ ਨੂੰ ਸਿਖਾਇਆ ਹੀ ਹੋਊਗਾ ਕਾਲਜ ਦੇ, ਹੁਣ ਉਹ ਕਰ ਰਹੇ, ਪਰ ਉਹਨਾਂ ਨੂੰ ਕਸੂਰ ਤਾਂ ਉਹਨਾਂ ਦਾ ਵੀ ਹੈਗਾ। ਸਭ ਤੋਂ ਵੱਡਾ ਕਸੂਰ ਹੈਗਾ ਪੋਲੀਟੀਸ਼ੀਅਨ ਦਾ, ਤੇ ਜਿਹੜੇ ਪੋਲੀਟੀਸ਼ੀਅਨਾਂ ਨਾਲ ਰਲ ਕੇ ਬਿਊਰੋਕਰੈਟਿਕ ਲੋਕਾਂ ਨੇ ਉਹਨਾਂ ਲੋਕਾਂ ਨੂੰ ਉੱਥੇ ਪਹੁੰਚਾਇਆ। ਕਿਸਾਨ ਅੰਦੋਲਨ ਬੜਾ ਲੰਮਾ ਸਮਾਂ ਚੱਲਿਆ। ਉਹਨਾਂ ਦੇ ਜਿਹੜੇ ਲੀਡਰ ਸੀ ਉਹ ਵੀ ਵੋਟਾਂ 'ਚ ਇਲੈਕਸ਼ਨਾਂ 'ਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਸੀ, ਪਰ ਉਹਨਾਂ ਨੂੰ ਕੋਈ ਹੰਗਾਰਾ ਨਹੀਂ ਦਿੱਤਾ ਗਿਆ ਪੰਜਾਬ ਦੇ ਲੋਕਾਂ ਵੱਲੋਂ। ਉਲਟਾ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਹੰਗਾਰਾ ਦਿੱਤਾ ਵੀ ਇਹ ਇੱਕ ਰਾਜਨੀਤਿਕ ਪਾਰਟੀ ਆ, ਕਿਸਾਨਾਂ ਦੇ ਜਿਹੜੇ ਮਸਲੇ ਆ ਇਹੋ ਹੀ ਠੀਕ ਕਰ ਸਕਦੇ ਆ। ਪਰ ਹਾਲੇ ਤੱਕ ਵੀ ਜਿਹੜਾ ਕਿਸਾਨਾਂ ਦਾ ਕੋਈ ਖਾਸ ਹੰਗਾਰਾ ਗੌਰਮੈਂਟ ਵੱਲੋਂ ਨਹੀਂ ਮਿਲਿਆ। MSP ਜਿਹੜੀ ਸੀਗੀ ਉਹ ਸੈਂਟਰ ਗੌਰਮੈਂਟ ਵੱਲੋਂ ਥੋੜ੍ਹੀ ਜਿਹੀ ਵਧਾਈ ਗਈ ਆ, ਉਹਦੇ ਨਾਲ ਜ਼ਿਆਦਾ ਤੇ ਖਰਚੇ ਹੋ ਗਏ ਆ। ਖਾਦਾਂ ਦੇ ਨਾਲੋਂ, ਦਵਾਈਆਂ ਦੇ ਨਾਲੋਂ, ਕੀੜੇ ਮਾਰ ਜਾਂ ਹੋਰ ਜਿਹੜੇ ਖਰਚੇ ਆ, ਲੇਬਰ ਮਹਿੰਗੀ ਹੋ ਗਈ ਆ। ਪਰ ਉਹਨਾਂ ਨੂੰ ਕੋਈ ਵੀ, ਜਿਵੇਂ ਹੁਣ ਭਗਵੰਤ ਮਾਨ ਉਹਨਾਂ ਨੇ ਇਹ ਕਹਿ ਤਾ ਕਿ ਮੂੰਗੀ ਬੀਜ ਲਓ, MSP ਦੇਵਾਂਗੇ, ਉਹ ਤਾਂ ਦਿੱਤੀ ਨਹੀਂ ਗਈ। ਬਹੁਤ ਸਾਰੇ ਜ਼ਿਮੀਂਦਾਰਾਂ ਨੇ ਮੂੰਗੀ ਜਿਹੜੀ ਸੀ ਉਹ ਬੀਜਦੀ। ਹੋਰ ਵੀ ਫਸਲਾਂ ਵੱਲ ਧਿਆਨ ਦਿੱਤਾ ਉਹਨਾਂ ਨੇ, ਪਰ ਉਹ ਕੰਮ ਉਹਨਾਂ ਦਾ ਸਿਰੇ ਨਹੀਂ ਚੜਿਆ। ਕੀ ਕੋਈ ਤੁਹਾਨੂੰ ਲੱਗਦਾ ਨੈਗੇਟਿਵ ਭਵਿੱਖ ਵਿੱਚ ਕਿਸਾਨਾਂ ਬਾਰੇ ਕੋਈ ਸਰਕਾਰ, ਜਿਹੜੀ ਮੌਜੂਦਾ ਸਰਕਾਰ ਆ, ਇਹ ਕੁਛ ਕੰਮ ਕਰਨ ਦੇ ਯੋਗ ਹੋਵੇਗੀ? ਦੇਖੋ, ਜਦੋਂ ਆਪਾਂ ਮਾੜੀ ਜਿਹੀ ਗੱਲ ਮਗਰੋਂ ਸ਼ੁਰੂ ਕਰਕੇ ਆਪਾਂ ਫਿਰ ਇਸ ਗਵਰਨਮੈਂਟ ਤੇ ਆਉਂਦੇ। ਜਦੋਂ ਕਿਸਾਨ ਮੋਰਚਾ ਲੱਗਿਆ ਹੋਇਆ ਸੀ, ਤੁਸੀਂ ਵੀ ਅਸੀਂ ਵੀ 100% ਇਨਵੋਲਵ ਸੀ ਜੀ। ਆਪਣੇ ਰਾਜੇਵਾਲ ਸਾਹਿਬ ਹੋਣੀ, ਧੱਲੇਵਾਲ ਸਾਹਿਬ ਹੋਣੀ, ਅਗਰਾਹਾਂ ਸਾਹਿਬ, ਸਭ ਨਾਲ ਜੂਮ ਤੇ ਮੀਟਿੰਗਾਂ ਕਰੀ ਦੀਆਂ, ਸਭ ਕੁਛ ਹੋਇਆ। ਜਦੋਂ ਆਲਫੇ ਸਰ ਨੇ ਇਹਨਾਂ ਸਮਝੌਤਾ ਕਰਿਆ, ਉਸ ਟਾਈਮ ਜਿਹੜੀ ਸਾਡੀ ਟੀਮ ਸੀ ਇੱਥੋਂ, ਤੇ ਅਸੀਂ ਇਹਨਾਂ ਨੂੰ ਬਹੁਤ ਮਿਹਨਤਾਂ ਇਹਨਾਂ ਨੇ ਕਰੀਆਂ ਵੀ ਤੁਸੀਂ ਸਾਰੇ ਜਾਣੇ ਬਾਰਡਰ ਛੱਡ ਕੇ ਨਾ ਜਾਓ, ਵੀ 400-500 ਬੰਦਾ ਬੈਠਾ ਰਹੋ, 1000 ਬੈਠਾ ਰਹੋ, ਬਾਕੀ ਨੂੰ ਉਹਦੇ ਪਿੰਡ ਚੱਲੋ, ਜਿਸ ਨੂੰ ਜ਼ਰੂਰਤ ਪਈ ਤਾਂ ਬੁਲਾ ਲਾਂਗੇ। ਪਰ ਇਹ ਲੋਕਾਂ ਨੂੰ ਕਾਹਲੀ ਪਈ ਹੋਈ ਸੀ ਸਮਹਾਓ, ਜਾਂ ਤਾਂ BJP ਨੇ ਸਾਜ਼ਵਾਦ ਦਿਖਾਏ ਹੋਏ ਸੀ, ਜਾਂ ਇਹਨਾਂ ਦੇ ਆਪਣੇ ਅੰਦਰੋਂ ਹੀ ਇਹਨਾਂ ਦੀ ਤਮੰਨਾ ਸੀ ਵੀ ਅਸੀਂ ਜਾ ਕੇ ਇਲੈਕਸ਼ਨ ਲੜੀਏ, ਜਾ ਕੇ ਚੀਫ ਮਿਨਿਸਟਰ ਬਣੀਏ। ਉਹ ਚੱਕਰ ਦੇ ਵਿੱਚ ਇਹ ਆਪਦੀ ਜਿਹੜੀ ਅਸਲੀ ਮੇਬੀ ਜਿਹੜੀ 100 ਸਾਲਾਂ 'ਚ ਗੱਲ ਹੁੰਦੀ ਹੈ ਨਾ, ਉਹ ਗੱਲ ਆਪਦੀ ਬਣਾਉਣ ਤੋਂ ਇਹ ਵਿਚਾਲੇ ਉੱਠ ਕੇ ਚਲੇ ਗਏ, ਤੇ ਗੌਰਮੈਂਟ ਨੇ ਬਾਅਦ ਵਿੱਚ ਇਹਨਾਂ ਨੂੰ ਕੁਝ ਨਹੀਂ ਦਿੱਤਾ। ਉਹ ਸਾਰਾ 100% ਕਸੂਰ ਹੈਗਾ ਕਿਸਾਨ ਲੀਡਰਸ਼ਿਪ ਦਾ, ਲੋਕਾਂ ਦਾ ਕੁਝ। ਤੇ ਫਿਰ ਜੋ ਪੈਸਾ ਇਹਨਾਂ ਨੂੰ ਇਕੱਠਾ ਹੋਇਆ, ਉਹ ਪੈਸੇ ਦਾ SKM ਨੇ ਕਿਸੇ ਬੰਦੇ ਨੂੰ ਕੋਈ ਹਿਸਾਬ ਨਹੀਂ ਦਿੱਤਾ, ਕਿਸੇ ਪਾਸੇ ਨਹੀਂ। ਉਹ ਪੈਸੇ ਜਦੋਂ ਕਿਸੇ ਕੋਲ ਪੈਸਾ ਆ ਜਾਏ ਨਾ, ਬੰਦੇ ਨੂੰ ਬੇਈਮਾਨ ਵੀ ਬਣਾ ਦਿੰਦਾ। ਉਹ ਪੈਸੇ ਨੂੰ ਇਹ ਖੁਰਦ-ਬੁਰਦ ਕਰਨ ਦੀ ਖਾਤਰ ਉੱਥੋਂ ਉੱਠ ਕੇ ਭੱਜ ਕੇ ਮੁੜ ਕੇ ਕਿਸੇ ਇੱਕ ਦੂਜੇ ਨਾਲ ਲੜਾਈਆਂ ਪੈ ਗਈਆਂ, ਜੋ ਵੀ ਕੁਛ ਹੋਇਆ। ਫਿਰ ਆਪਾਂ ਉਹਨੇ ਜਿਹੜੀ ਹੁਣ ਮੂੰਗੀ ਦੀ MSP ਤੋਂ ਪਹਿਲਾ ਕੰਮ ਸ਼ੁਰੂ ਕਰਿਆ ਸੀ ਗੌਰਮੈਂਟ ਨੇ। ਦੇਖੋ, ਪਹਿਲਾ ਐਕਸਪੈਰੀਮੈਂਟ ਸੀ। ਐਕਸਪੈਰੀਮੈਂਟ ਆਲਮੋਸਟ ਲੋਕਾਂ ਨੇ ਪੈਸਾ ਬਣਾਇਆ ਵੀ ਹੈ। ਤੇ ਪਹਿਲੀ ਗੱਲ ਤਾਂ ਸੀ, ਲੋਕਾਂ ਨੇ ਜਿਹੜਾ ਬੰਦਾ ਨੇ ਮੇਰੇ ਵਰਗਿਆਂ ਨੇ ਗੁਆਂਢੀ ਤੋਂ ਲੈ ਕੇ ਬੀਜ ਲੈਣਾ, ਘਰੇ ਪਈ ਮੂੰਗੀ ਸੀ ਉਹ ਖੜਨਾਤੀ, ਉਹਨਾਂ ਨੂੰ ਕਈਆਂ ਨੂੰ ਪ੍ਰੋਬਲਮ ਵੀ ਆਈ ਆ ਤੇ ਮੂੰਗੀ ਸਹੀ ਢੰਗ ਨਾਲ ਨਹੀਂ ਹੋਈ। ਮੇਰੀ ਆਪਣੀ ਧਾਰੀਵਾਲ ਸਾਹਿਬ ਨਾਲ ਇਸ ਵਾਰ ਤੇ ਗੱਲ ਹੋਈ ਸੀ, ਇੱਕ ਦਿਨ ਕੋਈ ਆਪਣੇ ਯਾਰ ਦੋਸਤ ਦਾ ਕਾਲ ਆ ਜਾਂਦੀ, ਗੱਲਬਾਤ ਡਿਸਕਸ ਕਰੀਦੀ ਆ। ਉਹ ਕਹਿੰਦੇ ਸੀ ਵੀ ਹੁਣ ਨੈਕਸਟ ਟਾਈਮ ਅਸੀਂ ਬੀ ਆਪਣੇ ਕੋਲੋਂ ਦੇਵਾਂਗੇ ਲੋਕਾਂ ਨੂੰ ਜੀ, ਕਿਉਂਕਿ ਜੇ ਬੀਜ ਖਾਤੇ ਰਜਿਸਟਰਡ ਹੋਵੇ, ਰਜਿਸਟਰਡ ਹੋਵੇ, ਬੰਦਾ ਮੂੰਗੀ ਬੀਜ ਮੂੰਗਾ ਬੀਜੀ ਵੀ ਮੂੰਗੀ ਬੀਜੀ ਹੈ, ਤੇ ਵੀ ਉਹਨੂੰ ਘੱਟੋ ਘੱਟ ਬੀਜ ਤਾਂ ਗਲਤ ਨਾ ਮਿਲੇ ਜੀ। ਤੇ ਫਿਰ ਸ਼ਾਇਦ ਇੱਕ ਹੋਰ ਚੱਲ ਰਿਹਾ ਵੀ ਉਹਦੇ ਵਿੱਚ 2 ਜਾਂ 3 ਕੈਟਾਗਰੀ ਬਣਾਉਣਗੇ MSP ਦੀਆਂ ਵੀ। ਹੁਣ ਇੱਕ ਬੰਦਾ ਤਾਂ ਬਿਲਕੁਲ ਪੂਰੀ ਮਿਹਨਤ ਕਰਕੇ ਐਨ 100% ਬਹੁਤ ਸੋਹਣੀ ਆਪਣੀ ਫਸਲ ਜਾ ਕੇ ਲੈ ਕੇ ਆਉਂਦਾ, ਉਹ ਵੀ 5700 ਦੀ ਵਿੱਚ। ਇੱਕ ਮੇਰੇ ਵਾਲੇ ਗੱਦਾ ਵਿੱਚ ਮਿੱਟੀ ਪਾਈ ਫਿਰਦਾ, ਉਹ ਵੀ 5700 ਦੀ ਵਿੱਚ। ਇਹ ਤਾਂ ਗੱਲ ਗਲਤ ਆ ਨਾ। ਜਾਂ ਉਹ ਬੰਦੇ ਨੇ ਸਾਂਭੀ ਨਹੀਂ, ਜਾਂ ਉਹ ਬੰਦੇ ਨੇ ਪਾਣੀ ਨਹੀਂ ਲਾਇਆ ਸਹੀ ਢੰਗ ਨਾਲ, ਉਹਦੇ ਦਾਣੇ ਅੱਧੇ ਉਹਦੇ ਨਾਲ ਵੀ ਉਹਦੀਆਂ 2 ਇੱਕ ਤਾਂ ਹੋ ਗਈ ਪ੍ਰੀਮੀਅਮ, ਉਹਦੀ ਤਾਂ ਮੁਰਗੀ ਫੁੱਲ ਜੀ। ਉਦੋਂ ਬਾਅਦ ਉਹਦੀ 3 ਕੈਟਾਗਰੀ ਹੋਣ, 3 ਕੈਟਾਗਰੀ 'ਚ ਗੌਰਮੈਂਟ ਲਵੇ ਤਾਂ ਸੁਜੈਸ਼ਨ ਉਹਨਾਂ ਨੂੰ ਦਿੱਤਾ ਹੋਇਆ, ਬਾਕੀ ਕਰਨਾ ਉਹਨਾਂ ਨੇ, ਉਹਨਾਂ ਦੀ ਮਰਜ਼ੀ ਹੈ। ਤੇ ਉਹਦੇ ਨਾਲ ਜਿਹੜਾ ਬੰਦਾ ਹਾਰਡ ਵਰਕ ਕਰਦਾ ਉਹਨੂੰ ਰਿਵਾਰਡ ਕਰਿਆ ਜਾਵੇ ਜੀ, ਵੀ ਜਿਹੜਾ ਚੰਗੀ ਫਸਲ ਪੈਦਾ ਕਰੇ ਉਹਨੂੰ ਮਿਲੇ। ਬਾਕੀ ਮੈਂ ਜਿੰਨੇ ਬੰਦਿਆਂ ਨਾਲ ਗੱਲ ਕਰੀ ਆ, ਵੀ ਲੋਕ ਕਹਿੰਦੇ ਵੀ ਜਿਨ੍ਹਾਂ ਦੀ ਮੂੰਗੀ ਦੇ ਜਿਹੜੇ ਪੈਸੇ ਘਟੇ ਸੀ
ਉਹਨਾਂ ਨੂੰ ਵੀ ਲੋਕਾਂ ਨੂੰ ਪੈਸੇ ਮਿਲੇ ਆ। ਕੱਲ ਮੈਂ ਆਪਣੇ ਸਾਧੂ ਸਾਹਿਬ ਨਾਲ ਗੱਲ ਕਰ ਰਿਹਾ ਸੀ, ਇੱਥੇ ਰਹਿ ਕੇ ਖੇਤੀ ਉੱਤੇ ਕਰਾਉਂਦੇ ਆ ਉਹਨਾਂ ਨੇ, ਕਿਉਂਕਿ ਉਹ ਬਠਿੰਡੇ ਦੇ ਲੱਗ ਗਿਆ, ਉਹ ਮੂੰਗੀ ਮੰਗੀ ਬੀਜਦੇ ਆ, ਉਹਨਾਂ ਨੇ ਆਹ ਆਪਣੇ ਜ਼ੀਰੋ ਡਰਿਲ ਵਾਲੀ ਜਿਹੜੀ ਆਪਣੇ ਆਹ ਝੋਨਾ ਬੀਜਿਆ, ਉਹਦੇ ਪੈਸੇ ਵੀ 15-15 ਰੁਪਏ ਉਹਨਾਂ ਦੇ ਖਾਤਿਆਂ 'ਚ ਆ ਚੁੱਕਿਆ। ਕਈ ਲੋਕ ਪੈਸੇ ਵੀ ਆ ਜਾਂਦੇ ਆ, ਕੰਪਲੇਂਟ ਵੀ ਕਰਦੇ ਰਹਿੰਦੇ ਆ। 90% ਲੋਕਾਂ ਦੀ ਦੇਖ ਕੇ ਅਸਲੀ ਸਹੀ ਢੰਗ ਨਾਲ ਹੋ ਚੁੱਕੀ ਆ। 5-7% ਕਹੋਗੇ ਗਵਰਨਮੈਂਟ ਦਾ ਕੰਮ ਆ, ਆਪਾਂ ਇੱਥੇ ਵੀ ਦੇਖਦੇ ਆ ਕੋਈ ਥੱਲੇ ਮਾੜਾ ਮੋਟਾ ਕੰਮ ਰਹਿੰਦਾ, ਪਰ ਮੈਜੋਰਟੀ ਕੰਮ ਬਹੁਤ ਸੋਹਣਾ ਹੋ ਰਿਹਾ। ਤੇ ਫਿਊਚਰ ਦੇ ਵਿੱਚ ਕਿਸਾਨਾਂ ਦੀ ਖਾਤਰ ਮੇਨ ਗੱਲ ਆ ਵੀ ਡਿਵਰਸਿਫਿਕੇਸ਼ਨ, ਚਲੋ ਉਹਦੇ ਵੱਲ ਨੂੰ ਜਾਣਾ ਆਸ ਰੱਖਣੀ ਚਾਹੀਦੀ ਹੈ। ਅਸੀਂ ਤਾਂ ਚਾਹੁੰਦੇ ਆ ਕਿ ਚੰਗੇ ਕੰਮ ਪੰਜਾਬ ਵਿੱਚ ਹੋਣ ਤੇ ਸਾਡੇ ਜ਼ਿਮੀਂਦਾਰ ਜਿਹੜੇ ਰੀੜ੍ਹ ਦੀ ਹੱਡੀ ਆ ਪੂਰੇ ਹਿੰਦੁਸਤਾਨ ਦੀ, ਤੇ ਉਹਨਾਂ ਦਾ ਜੇ ਬੇਸ ਚੰਗਾ ਹੋਊਗਾ ਤੇ ਪੂਰਾ ਜਿਹੜਾ ਹਿੰਦੁਸਤਾਨ ਵੀ ਆ ਉਹ ਖੁਸ਼ਹਾਲ ਹੋਊਗਾ। ਹੁਣ ਆਪਾਂ ਆ ਜਾਈਏ ਫਿਰ NRI ਮੁੱਦਿਆਂ ਤੇ। NRI ਮੁੱਦੇ ਜਿਹੜੇ ਆ ਇਸ ਵੇਲੇ ਬਹੁਤ ਜ਼ਿਆਦਾ ਭਖੇ ਹੋਏ ਆ। ਸਰਦਾਰ ਕੁਲਦੀਪ ਸਿੰਘ ਧਾਲੀਵਾਲ ਇੱਥੋਂ ਹੀ ਕੈਲੀਫੋਰਨੀਆ ਤੋਂ ਗਏ ਆ। ਅੱਜ ਉਹ ਉੱਥੇ NRI ਮੰਤਰੀ ਵੀ, ਜਿੱਥੇ ਉਹ ਖੇਤੀ ਮੰਤਰੀ ਨਾਲ ਉਹਨਾਂ ਕੋਲ ਇਹ ਵੀ ਡਿਪਾਰਟਮੈਂਟ ਹੈਗਾ। NRI ਦੇ ਮਸਲੇ ਜਿਹੜੇ ਆ ਉਹ ਹਾਲੇ ਵੀ ਬਹੁਤ ਸਾਰੇ ਹੈਗੇ ਆ, ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਉਹ ਲੋਕਾਂ ਨੂੰ ਇਹ ਬੜੀਆਂ ਸ਼ਿਕਾਇਤਾਂ, ਸਾਡੇ ਕਬਜ਼ੇ ਜਿਹੜੇ ਆ ਉਹ ਕਾਫੀ ਹੱਦ ਤੱਕ ਉੱਥੇ ਹੋ ਰਹੇ ਆ। ਵਿਆਹਾਂ ਦੇ ਇਸ਼ੂਜ਼ ਆ, ਚਾਹੇ ਉਹ ਕੁੜੀ ਵੱਲੋਂ ਆ ਜਾਂ ਮੁੰਡੇ ਵੱਲੋਂ ਇੱਥੇ ਆਣ ਕੇ ਜਾਂ ਕੈਨੇਡਾ ਜਾ ਕੇ ਜਾਂ ਕਿਸੇ ਹੋਰ ਕੰਟਰੀ ਜਦੋਂ ਸਟੂਡੈਂਟ ਵੀਜ਼ੇ 'ਤੇ ਆਉਂਦੀ ਹੈ, ਮੁੰਡੇ ਵਾਲਿਆਂ ਦਾ ਖਰਚਾ ਕਰਾ ਕੇ ਜਾਂ ਮੁੰਡਾ ਆ ਜਾਂਦਾ ਕੁੜੀ ਵਾਲੇ ਦਾ ਖਰਚਾ ਕਰਾ ਕੇ, ਉਹ ਇੱਥੇ ਆਣ ਕੇ ਮੁੱਕਰ ਜਾਂਦੇ ਆ। ਇਸ ਤਰ੍ਹਾਂ ਦੇ ਮਸਲੇ ਬਹੁਤ ਆ। ਤੁਹਾਡੇ ਹਿਸਾਬ ਨਾਲ ਕੋਈ ਆਉਣ ਵਾਲੇ ਸਮੇਂ ਵਿੱਚ ਇਹਦੇ ਬਾਰੇ ਕੋਈ ਸਰਕਾਰ ਜਿਹੜੀ ਹੈ, ਪੰਜਾਬ ਸਰਕਾਰ ਖਾਸ ਕਰਕੇ, ਉਹ ਕੋਈ ਕਦਮ ਉਠਾ ਰਹੀ? ਹਾਂ, ਮੇਰੀ ਨਾ ਇੱਥੇ 4-5 ਜਾਣਦੇ ਪਛਾਣਦੇ ਦੀ ਪ੍ਰੋਬਲਮ ਆ ਗਈਆਂ ਕਿ ਵੀ ਸਾਡੀ ਆਹ ਇਸ਼ੂ ਹੈ, ਸਾਡਾ ਇਸ਼ੂ ਹੈ। ਤੇ ਫਿਰ ਮੈਂ ਕੁਲਦੀਪ ਸਿੰਘ ਧਾਲੀਵਾਲ ਨਾਲ ਇੱਥੇ ਡਿਟੇਲ ਗੱਲ ਕਰੀ ਸੀ ਵੀ ਇਹਦਾ ਮੈਜੋਰਟੀ ਪ੍ਰੋਬਲਮ ਹੈਗੀ ਹੈ ਜਿਹੜੇ ਘਰ ਲੋਕਾਂ ਦੀਆਂ ਪ੍ਰਾਪਰਟੀਆਂ ਲਾਲ ਲਕੀਰ ਦੇ ਅੰਦਰ। ਲਾਲ ਲਕੀਰ ਸਾਡੇ ਦਰਸ਼ਕਾਂ ਨੂੰ ਸਮਝਾ ਦਿਓ, ਲਾਲ ਲਕੀਰ ਕੀ ਹੁੰਦਾ? ਜਿਹੜਾ ਨਾ ਪੁਰਾਣੇ ਜਦੋਂ ਪਿੰਡ ਬਣੇ ਹੁੰਦੇ ਸੀ, ਪਹਿਲਾਂ ਪਿੰਡ ਸੀ ਜਦੋਂ ਆਪਣੀ ਆਹ ਮਰਬੇਬੰਦੀ ਤੋਂ ਪਹਿਲਾਂ ਜਿਹੜਾ ਪਿੰਡ ਸੀ, ਉਹ ਪਿੰਡ ਦੀ ਉਹਨਾਂ ਨੇ ਮੈਪਿੰਗ ਨਹੀਂ ਕਰੀ ਉਹਨੇ ਲਾਲ ਲਕੀਰ ਲਾਤੀ ਪਿੰਡ ਦੀ, ਤੇ ਉਹਦੇ ਅੰਦਰ ਜਿਹੜਾ ਬੰਦਾ ਉੱਥੇ ਬੈਠਾ ਹੱਦਬੰਦੀ ਬਣਾ ਲਈ। ਉਹਦਾ ਕੋਈ ਪੇਪਰ ਵਰਕ ਨਹੀਂ ਗਵਰਨਮੈਂਟ ਕੋਲੇ, ਉਹਦਾ ਕੁਝ ਨਹੀਂ ਹੈਗਾ ਵੀ ਗਵਰਨਮੈਂਟ ਕੋਲੇ, ਤੇ ਜਿਹੜਾ ਬੰਦਾ ਉੱਥੇ ਬੈਠਾ ਕਬਜ਼ੇਦਾਰ ਆ, ਉਹਦਾ ਹੀ ਕਬਜ਼ਾ ਤੇ ਉਹਦੀ ਪ੍ਰਾਪਰਟੀ ਆ। ਹੁਣ ਜਿਹੜੇ ਲੋਕ ਇੱਥੇ NRI ਉੱਥੋਂ ਆਏ, ਉਹ ਆਪਣੇ ਘਰੇ ਕਿਸੇ ਨੂੰ ਬਿਠਾਇਆ ਜਾਂ ਜਿਹੜਾ ਉਹਨਾਂ ਘਰੇ ਕੰਮ ਹੀ ਕਰਦਾ ਸੀ ਉਹਨੇ ਬਿਠਾਇਆ ਸਾਂਭੀ ਜਾਂਦੀ। ਚਲੋ ਜਦੋਂ 5-7-10 ਸਾਲ ਬਾਅਦ ਜਾਂਦੇ ਆ ਤੇ ਅਗਲਾ ਕਹਿੰਦਾ ਵੀ ਮੈਂ ਤਾਂ ਜਾਣਾ ਨਹੀਂ। 90% ਪ੍ਰੋਬਲਮ ਆਏ ਨੇ, ਚਾਹੇ ਰਿਸ਼ਤੇਦਾਰ ਨੇ ਦੱਬੀ ਹੋਈ ਹੈ, ਚਾਹੇ ਮੈਜੋਰਟੀ ਜ਼ਿਆਦਾ ਕਾਮਿਆਂ ਨੇ ਦੱਬੀਆਂ ਤੇ ਪ੍ਰਾਪਰਟੀਆਂ। ਤੇ ਉਹਦੇ ਬਾਰੇ ਗੱਲ ਇਹ ਸੀ, ਉਹਦੇ ਬਾਰੇ ਗੱਲ ਤਾਂ ਇਹੋ ਜਿਹੀ ਵੀ ਉਹਦੇ ਬਾਰੇ ਕਾਨੂੰਨ ਲੈ ਕੇ ਆਉਣਾ ਪਊਗਾ। ਕਾਨੂੰਨ ਦੇ ਵਿੱਚ ਸਾਰੇ ਪਿੰਡਾਂ ਦੀ ਮੈਪਿੰਗ ਕਰਨੀ ਪਊਗੀ। ਪ੍ਰਾਈਵੇਟ ਤੌਰ ਤੇ ਉਹਨੂੰ ਅੰਦਰ ਤਹਿਸੀਲਦਾਰ ਦੀ ਰਜਿਸਟਰੀ ਦੇ ਅੰਦਰ ਲਿਆਉਣਾ ਪਊਗਾ। ਉਹਦਾ ਇੱਕੋ ਇੱਕ ਸੋਲੂਸ਼ਨ ਆ, ਹੋਰ ਕੋਈ ਸੋਲੂਸ਼ਨ ਹੈ ਨਹੀਂ। ਉਹ ਕਾਨੂੰਨਾਂ ਬਾਰੇ ਹੁਣ ਡਿਸਕਸ਼ਨ ਮੈਨੂੰ ਧਾਲੀਵਾਲ ਕਹਿੰਦੇ ਵੀ ਚੱਲ ਰਹੀ ਆ, ਇਹ ਕਾਨੂੰਨ ਲਿਆਉਣਾ ਹੀ ਪੈਣਾ, ਉਹਦੇ ਬਗੈਰ ਸਾਡਾ ਕੋਈ ਹੈ ਨਹੀਂ। ਬਾਕੀ ਜਿਹੜੀ ਆ ਮੁੰਡੇ ਕੁੜੀ ਵਾਲੇ ਆਪਣੇ ਵਿਆਹ ਵਾਲੀ ਗੱਲ ਹੈ, ਇਹਦੇ ਬਾਰੇ ਵੀ ਹੋਈ ਸੀ। ਸਭ ਤੋਂ ਵੱਡੀਆਂ ਦੋ ਹੀ ਪ੍ਰੋਬਲਮਾਂ ਨੇ NRI ਦੀਆਂ, ਇੱਕ ਤਾਂ ਵਿਆਹ ਵਾਲੀ, ਇੱਕ ਪ੍ਰਾਪਰਟੀ ਦੀ। ਜਿਹੜੀ ਵਿਆਹ ਵਾਲੀ ਪ੍ਰਾਪਰਟੀ ਚੀਜ਼ ਆ, ਇਹ ਹੈਗਾ ਸਿਵਲ ਮੈਟਰ। ਇਹਦੇ ਵਿੱਚ ਗਵਰਨਮੈਂਟ ਬਾਹਲਾ ਕੁਛ ਕਰ ਸਕਦੀ ਨਹੀਂ। ਹੀ ਸੈਡ ਸੀ ਸੈਡ ਦਾ ਕੰਮ ਆ ਵੀ ਮੈਨੂੰ ਨਹੀਂ ਚਾਹੀਦਾ। ਹੁਣ ਜਦੋਂ ਹੁਣ ਬੰਦਾ ਆਪਾਂ ਕਹਿੰਦੇ ਇੰਡੀਪੈਂਡੈਂਟ ਆ, ਜੇ ਉਹ ਬੰਦੇ ਨੂੰ ਵਿਆਹ ਕਰਾਉਣ ਦਾ ਅਧਿਕਾਰ ਆ ਤਾਂ ਉਹਨੂੰ ਡਿਵੋਰਸ ਦੇਣ ਦਾ ਵੀ ਅਧਿਕਾਰ, ਚਾਹੇ ਉਹ ਆਪਣੇ ਮੁਤਾਬਕ ਉਹ ਗਲਤ ਕਰ ਰਿਹਾ, ਪਰ ਉਹਨੂੰ ਕਾਨੂੰਨ ਨੂੰ ਅਧਿਕਾਰ ਦਿੰਦਾ। ਹਾਂ, ਅਗਲੇ ਨੇ ਪੈਸੇ ਲਾਏ ਆ, ਕਿਉਂ ਲਾਇਆ ਉਹ ਅਗਲੇ ਨੇ ਆਪਣੇ ਗੁੱਡ ਫੇਥ ਦੀ ਖਾਤਰ ਲਾਏ, ਹਾਂ ਵੀ ਸਾਡੀ। ਪਰ ਇਹ ਵੀ ਗੱਲ ਸਿਸਟਮ ਜਿਹੜੇ ਪੈਸੇ ਲਾ ਕੇ ਬੱਚਿਆਂ ਨੂੰ ਭੇਜਦੇ ਆ, 90% 95% ਦਾ ਸਹੀ ਹੋ ਰਿਹਾ ਨਾ ਕੰਮ। ਜਿਹੜੇ ਆਪਣੇ ਬੇਟੀਆਂ ਨਾਲ ਆਪਣੇ ਮੁੰਡਿਆਂ ਦੇ ਵਿਆਹ ਕਰਦੇ, 90% ਇਹ ਮੁੰਡੇ ਪੜ੍ਹਦੇ ਨੇ, ਕੁੜੀਆਂ ਪੜ੍ਹਦੀਆਂ। ਕੁੜੀਆਂ ਪੜ੍ਹ ਕੇ ਇੱਥੇ ਜਿਹੜੇ ਨਹੀਂ ਸਿਰੇ ਚੜ੍ਹਦੇ, ਜਿਹੜੇ ਨਹੀਂ ਸਿਰੇ ਚੜ੍ਹਦੇ, ਉਹ ਹਾਈਲਾਈਟ ਜ਼ਿਆਦਾ ਹੁੰਦੇ ਆ। ਪਹਿਲਾਂ ਹੀ ਐਕਸ਼ਨ ਉਹ ਹਾਈਲਾਈਟ ਜ਼ਿਆਦਾ ਹੁੰਦੇ ਆ। ਕਹਿਣ ਦਾ ਮਤਲਬ ਅੱਗੇ ਪਹਿਲਾਂ ਥਾਣੇ ਬਣਾਏ ਗਏ ਸੀਗੇ, NRI ਥਾਣੇ ਸੀਗੇ, NRI ਜਿਹੜੇ ਹੁੰਦੇ ਆ NRI ਸਭਾਵਾਂ ਸੀ, ਉਹਦੀਆਂ ਇਲੈਕਸ਼ਨਾਂ ਹੁੰਦੀਆਂ ਸੀ, NRI ਕਮਿਸ਼ਨ ਹੁੰਦੇ ਸੀ। ਹੁਣ ਕੁਝ ਵੀ ਨਹੀਂ ਗਾ। NRI ਸਭਾ ਜਿਹੜੀ ਆ ਉਹਨੂੰ ਐਕਸਪਾਇਰ ਹੋਏ ਨੂੰ ਮੇਰੇ ਖਿਆਲ ਸਾਲ ਤੋਂ ਉੱਤੇ ਹੋ ਗਿਆ, ਕਿ 2 ਸਾਲ ਹੀ ਹੋ ਗਏ ਆ। ਉਹ 2 ਸਾਲਾਂ ਦਾ ਉਹਦੀ ਟਰਮ ਹੁੰਦੀ ਆ। NRI ਸਭਾ ਦੀ ਮੁੜ ਕੇ ਇਲੈਕਸ਼ਨ ਨਹੀਂ ਹੋਈ। ਉਹਦੇ ਪਾਲ ਸਹੋਤਾ ਹੀ ਇੱਥੋਂ ਜਿਹੜੇ ਸੀਗੇ ਆਪਣੇ ਕੈਲੀਫੋਰਨੀਆ ਤੋਂ, ਉਹ ਪ੍ਰੈਜ਼ੀਡੈਂਟ ਚੁਣੇ ਗਏ ਸੀ 2 ਸਾਲਾਂ ਲਈ, ਪਰ ਉਸ ਤੋਂ ਬਾਅਦ ਹਾਲੇ ਤੱਕ ਇਲੈਕਸ਼ਨ ਨਹੀਂ ਹੋਈ। NRI ਕਮਿਸ਼ਨ 'ਚ IAS IPS ਆਫਿਸਰ, ਰਿਟਾਇਰਡ ਜੱਜ, ਇਸ ਤਰ੍ਹਾਂ ਦੇ ਬੰਦੇ ਹੁੰਦੇ ਆ। ਉਹਦਾ ਵੀ ਕੋਈ ਇਸ ਵੇਲੇ
ਕੋਈ ਹੈ ਨਹੀਂਗਾ, ਸੁਣਨ 'ਚ ਆਇਆ ਵੀ ਕਮਿਸ਼ਨ ਹੈ ਨਹੀਂਗਾ। NRI ਥਾਣੇ ਜਿਹੜੇ ਆ ਉੱਥੋਂ ਸ਼ਿਕਾਇਤਾਂ ਅੱਗੇ ਨਾਲੋਂ ਵੀ ਵੱਧ ਰਹੀਆਂ। ਉਹਨਾਂ ਦੇ ਜਿਵੇਂ ਹੁਣ ਆਪਾਂ ਡਿਸਕਸ਼ਨ ਕੀਤੀ ਆ ਕਿ ਬਾਹਰ ਆ ਜਾਂਦੇ ਬੱਚੇ, ਔਰ ਪਿੱਛੋਂ ਜਿਹੜਾ ਉਹਦਾ ਕੋਈ ਸਪਾਊਸ ਜਾਂ ਉਹਦੀ ਵਾਈਫ ਜਾਂ ਹਸਬੈਂਡ ਰਹਿ ਜਾਂਦੇ ਆ, ਉਹਨਾਂ 'ਤੇ ਕੋਈ ਐਕਸ਼ਨ ਨਹੀਂ ਹੁੰਦਾ। ਉਹ NRI ਥਾਣੇ 'ਚ ਹੋਣਾ ਚਾਹੀਦਾ। ਇਸ ਤਰੀਕੇ ਨਾਲ ਇਹ ਜਿਹੜੀ ਆਲਰੇਡੀ ਚੀਜ਼ਾਂ ਬਣੀਆਂ ਹੋਈਆਂ ਘੱਟੋ ਘੱਟ ਉਹਨੂੰ ਤੇ ਹੋਂਦ ਵਿੱਚ ਲਿਆਉਣਾ ਚਾਹੀਦਾ। ਆਪਾਂ ਦੇਖੋ, ਆਪਾਂ ਹਰੇਕ ਗੱਲ ਆਪਾਂ ਠੀਕ ਹੈ ਵੀ ਜਿਹੜਾ ਬੰਦਾ ਕਹਿੰਦਾ ਮੇਰੇ ਨਾਲ ਧੋਖਾ ਹੋਇਆ, ਆਪਾਂ ਕਹਿੰਦੇ ਵੀ ਉਹ ਬੰਦੇ ਨਾਲ ਧੋਖਾ ਹੋਇਆ, ਉਹਨੂੰ ਰੈਸਟੀਟਿਊਸ਼ਨ ਨਹੀਂ, ਆਪਾਂ ਉੱਧਰ ਨਾ ਜਾਈਏ। ਆਪਾਂ ਇੱਕ ਸਾਈਡ ਦੀ ਗੱਲ ਨਾ ਕਰੀਏ, ਆਪਾਂ ਇਹ ਕਹੀਏ ਵੀ ਜਿਹੜਾ ਸਿਸਟਮ ਸਭਾ ਦੀ ਇਲੈਕਸ਼ਨ ਦੀ ਗੱਲ ਕਰਦੇ ਆ, ਕਮਿਸ਼ਨ ਦੀ ਗੱਲ ਕਰਦੇ ਆ ਜਾਂ ਥਾਣੇ ਦੀ ਗੱਲ ਕਰਦੇ ਆ, ਉਹਦੇ 'ਚ ਸੁਧਾਰ ਲਿਆ ਜਾਵੇ, ਉਹਨੂੰ ਐਕਟਿਵ ਕੀਤਾ ਜਾਵੇ। ਮੇਰਾ ਸਵਾਲ ਇਹ ਜਿਹਦੇ ਦੇਖੋ ਆਪਾਂ ਤਾਂ ਕਿ ਜਿਹੜੇ ਮਸਲੇ ਹੋਣ ਹੀ ਨਾ। ਆਪਾਂ ਨੂੰ 32 ਸਾਲ ਇੱਥੇ ਰਹਿੰਦੇ ਹੋ ਗਏ, ਆਪਾਂ ਪੋਲੀਟੀਕਲੀ ਫੁੱਲੀ ਇਨਵੋਲਵ ਨਹੀਂ ਹੈਗੇ ਇੰਡੀਆ ਨਾਲ। ਆਪਾਂ ਲਾ ਮਨਪ੍ਰੀਤ ਤੋਂ ਹੁਣ ਜੋ 15 ਸਾਲ ਦਾ ਫੁੱਲੀ ਇਨਵੋਲਵ, ਮੈਂ ਤਾਂ ਕਦੇ ਦੇਖਿਆ ਨਹੀਂ ਕਦੀ NRI ਸਭਾ ਵਾਲਿਆਂ ਨੇ ਕਿਸੇ ਦਾ ਕੋਈ ਕੰਮ ਕਰਿਆ। ਉਹ ਗੱਲ ਬਾਅਦ ਦੀ ਬਣਾਈ ਕਿਉਂ? ਜਾਂ ਪੰਜਾਬ ਗਵਰਨਮੈਂਟ ਇਹ ਕਹਦੇ ਵੀ NRI ਸਭਾ ਜਿਹੜੀ ਆ ਉਹ ਅੱਜ ਤੋਂ ਬਾਅਦ ਹੋਊਗੀ ਨਹੀਂ, ਇਹ ਬਿਲਕੁਲ ਡਿਸੋਲਵ ਕਰ ਦਿੱਤੀ ਆ, ਕੋਈ ਦਫ਼ਤਰ ਨਹੀਂ, ਇਹ ਹੋਣੀ ਨਹੀਂ ਚਾਹੀਦੀ, ਕੋਈ ਦਫ਼ਤਰ ਨਹੀਂ ਹੋਣਾ ਚਾਹੀਦਾ। ਜਿਹੜੇ ਸੇਮ ਥਿੰਗ ਕਮਿਸ਼ਨ ਉਹਦੇ ਮੈਂਬਰ ਉਹ ਬਣੇ, ਉਹਨਾਂ ਦਾ ਕੀ ਬਣੂਗਾ? ਜਿਨ੍ਹਾਂ ਨੇ 10-10 ਹਜ਼ਾਰ ਰੁਪਏ ਵਰਲਡ ਵਾਈਡ ਤੋਂ ਲੱਖਾਂ ਦਾ ਹਿਸਾਬ ਨਾਲ ਮੈਂਬਰ ਉਹਦੇ, ਉਹ ਗਵਰਨਮੈਂਟ ਦੇਣਦਾਰ ਨਹੀਂ। ਸੁਖਬੀਰ ਬਾਦਲ ਨੂੰ ਪੁੱਛਣ ਨਾ, ਜਿਹਨੇ ਬਣਾਈ ਸੀਗੀ ਜੀ, ਉਹਨੂੰ ਪਤਾ ਨਾ ਕਿ ਪੈਸੇ ਦਾ ਕਰਿਆ ਕਿ ਉਹ ਬੰਦੇ ਨੇ, ਤੇ ਉਹ ਪੈਸੇ ਦਾ ਅਕਾਊਂਟ ਕਿਤੇ ਜਿਹਦਾ ਸਭਾ ਕੋਲ ਅਕਾਊਂਟ ਆਪਣੇ ਕੋਲ ਰੱਖਿਆ ਹੋਇਆ, ਫਿਰ ਤਾਂ ਪੈਸੇ ਉੱਥੇ ਹੋਣੇ ਚਾਹੀਦੇ ਆ ਜੀ। ਜਾਂ ਜੇ ਉਹ ਬੰਦਾ ਪੈਸੇ ਆਪਾਂ ਪ੍ਰੈਕਟੀਕਲ ਗੱਲ ਵੀ ਕਰੀਏ ਨਾ, ਵੀ ਜੇ ਤੇ ਕਹਿਣ ਦਾ ਮਤਲਬ ਇਹ ਆ ਵੀ ਜੇ ਉਹਨੂੰ ਡਿਸੋਲਵ ਕਰਦੇ ਉਹ ਪੈਸੇ ਮੋੜਨੇ ਪੈਣੇ, ਮੈਂਬਰਸ਼ਿਪ ਉਹਦੇ ਪੈਸੇ NRI ਸਭਾ ਲਈ ਹੈ, ਨਾ ਕਿ ਕਿਸੇ ਗਵਰਨਮੈਂਟ ਲਈ ਜਾਂ ਕਿਸੇ ਹੋਰ ਅਦਾਰੇ ਲਈ। ਪਰ ਆਪਾਂ ਇਹ ਗੱਲਾਂ ਨੂੰ ਆਪਾਂ ਪ੍ਰੈਕਟੀਕਲ ਆਪਾਂ ਗਵਰਨਮੈਂਟ ਨੂੰ ਇਹ ਪ੍ਰੈਸ਼ਰਾਈਜ਼ ਕਰੀਏ ਵੀ ਇਹ ਚੀਜ਼ਾਂ ਜਾਂ ਤੇ ਚਲੋ ਨਹੀਂ NRI ਸਭਾ NRI ਕਮਿਸ਼ਨ ਹੈਗਾ, ਥਾਣਿਆਂ ਨੂੰ ਇਹਨੂੰ ਐਕਟਿਵ ਕੀਤਾ ਜਾਵੇ ਤਾਂ ਕਿ ਜਿਹੜੀਆਂ ਪ੍ਰੋਬਲਮਸ ਉਹ ਸੋਲਵ ਕੀਤੀਆਂ ਜਾਣ। ਆਪਣਾ ਮੇਨ ਮਕਸਦ ਇਹ ਹੈ ਕਹਿਣ ਦਾ। ਪਰ ਇਹ ਮੈਂ ਤੇ 100% ਸਹਿਮਤ ਹਾਂ ਬਈ ਇਹਦੇ ਬਾਰੇ ਜਿਹੜੇ NRI ਥਾਣੇ ਆ ਉਹ ਤਾਂ ਹਾਲੇ ਚੱਲਦੇ ਆ। ਦੁਨੀਆ ਉਹਦੇ ਵਿੱਚ ਸ਼ਿਕਾਇਤ ਕਰਾਉਣ ਤੋਂ ਡਰਦੀ ਹੈ। ਪਹਿਲਾਂ ਕੀ ਹੋਇਆ ਕਿ ਅੱਜ ਤੋਂ ਪਹਿਲਾਂ ਕੋਈ ਨਾ ਵੀ ਬੰਦਾ ਚਾਹ ਦਾ ਮੂੰਹ ਮੱਚਿਆ ਤਾਂ ਨਹੀਂ, ਆਪਾਂ ਤਾਂ ਡਰ ਤੇ ਖਤਮ ਕਰਨਾ ਨਾ NRI ਦਾ। ਆਪਾਂ ਇਹਨਾਂ ਕਿ ਡਰਦੀ ਹੈ ਤੇ ਗੱਲ ਮੁੱਕ ਗਈ। ਆਪਾਂ ਇਸ ਤਰ੍ਹਾਂ ਦਾ ਸਿਸਟਮ ਗਵਰਨਮੈਂਟ ਨੂੰ ਕਹਿ ਕੇ ਉੱਥੇ ਬਣਵਾਈਏ ਕਿ NRI ਥਾਣੇ ਜਾਣ, ਉਹਨਾਂ ਨੂੰ ਮਤਲਬ ਇਸ ਤਰੀਕੇ ਦਾ ਉੱਥੇ ਟ੍ਰੀਟਮੈਂਟ ਦਿੱਤਾ ਜਾਵੇ ਜਿਵੇਂ ਬਾਹਰਲੇ ਮੁਲਕਾਂ ਜਾਂਦਾ। ਹੁਣ ਇੱਥੇ ਥਾਣੇ ਜਾਂਦੇ ਆ ਸਾਰੇ ਇੱਕੋ ਜਿਹੇ ਆ, ਇਹ ਨਹੀਂ ਹੈਗਾ ਵੀ ਉਹ ਸਿਫਾਰਿਸ਼ ਲੈ ਕੇ ਜਾਂਦਾ ਜਾਂ ਉਹਦੇ ਜੇ ਉਹ ਸ਼ਿਕਾਇਤ ਲੈ ਗਿਆ ਉਹਦੇ ਅਗੇਂਸਟ ਕਾਰਵਾਈ ਹੋ ਜੂ। ਇਹ ਸਿਸਟਮ ਉੱਥੇ ਇਹੋ ਤਾਂ ਆਪਣੀ ਗੱਲ ਕਰਨ ਵਾਲੀ ਹੈ। ਪਰ ਜੇ ਆਪਣੀ ਸਰਕਾਰ ਤੁਸੀਂ ਕਹਿੰਦੇ ਹੋ ਉਹਨੂੰ ਇਹ ਮਸਲੇ ਸਾਰੇ ਹੱਲ ਕਰਨੇ ਪੈਣੇ ਆ। ਪਰ ਇਹ ਵੀ ਗੱਲ ਆ ਨਾ ਰੰਧਾਵਾ ਸਾਹਿਬ, ਹਰ ਇੱਕ ਟਾਈਮ NRI ਵੀ ਸਹੀ ਨਹੀਂ ਹੁੰਦਾ, ਹੋਵੇ ਨਾ ਹੋਵੇ ਬਹੁਤ ਹੀ ਗੱਲ। ਪਰ ਇਹ ਹੈ ਨਾ, ਪਰ ਇੱਕ ਵਾਰੀ ਉਹਨੂੰ ਟ੍ਰੀਟਮੈਂਟ ਦਿੱਤਾ ਜਾਵੇ ਨਾ। ਜਿਹੜੇ ਲੋਕਾਂ ਦਾ ਕੰਮ NRI ਥਾਣੇ 'ਚ ਹੋ ਜਾਂਦਾ ਉਹ ਲੋਕ ਤਾਂ ਕਿਸੇ ਨੂੰ ਦੱਸਦੇ ਨਹੀਂ, ਜਿਹਦਾ ਨਹੀਂ ਹੁੰਦਾ ਉਹ ਫਿਰ ਆ ਕੇ ਲੋਕਾਂ ਨੂੰ ਆਪਾਂ ਵਨ ਸਾਈਡਡ ਨਾ ਗੱਲ ਕਰੀਏ। ਆਪਾਂ ਇਹ ਗੱਲ ਕਰੀਏ ਗਵਰਨਮੈਂਟ ਤੇ ਪ੍ਰੈਸ਼ਰਾਈਜ਼ ਕਰੀਏ ਇਹਨੂੰ ਵੀ ਇਹ ਜਿਹੜਾ ਸਿਸਟਮ ਆ ਇਹਨੂੰ ਠੀਕ ਕੀਤਾ ਜਾਵੇ ਤਾਂ ਕਿ ਕਿਸੇ ਦੇ ਵੀ ਕੋਈ ਪ੍ਰੋਬਲਮ ਨਾ ਹੋਵੇ। ਉਹ ਬਾਅਦ ਦੀ ਗੱਲ ਹੈ ਵੀ ਫੈਸਲਾ ਕੀ ਹੁੰਦਾ। ਦੇਖੋ ਆਪਾਂ ਨੂੰ ਰਿਕੁਐਸਟ ਭੇਜਣੀ ਚਾਹੀਦੀ ਹੈ ਸਾਰਿਆਂ ਨੂੰ ਵੀ ਸਾਡੇ, ਸਾਨੂੰ ਪਤਾ ਕਿ ਸਾਡੀ ਜਿਹੜੀ ਇੰਟਰਵਿਊ ਆ ਉਹ ਗਿੱਲ ਸਾਹਿਬ ਜ਼ਰੂਰ ਉਹਨਾਂ ਨੂੰ ਦਿਖਾਉਣਗੇ ਤੇ ਹੋ ਸਕਦਾ ਸਾਡਾ ਵੀ ਕਿਸੇ ਨਾ ਕਿਸੇ ਮੀਡੀਆ 'ਚ ਉਹ ਜ਼ਰੂਰ ਉੱਥੇ ਆਪ ਹੀ ਦੇਖ ਲੈਣ ਸ਼ਾਇਦ। ਤੇ ਉਸ ਕਰਕੇ ਇਹ ਜਿਹੜੇ ਮਸਲੇ ਆ ਅਸੀਂ ਚਾਹੁੰਦੇ ਆ, ਅਸੀਂ ਸਰਕਾਰ ਦੇ ਵੈਲ ਵਿਸ਼ਰ ਆ, ਅਸੀਂ ਚਾਹੁੰਦੇ ਆ ਕਿ ਜਿੰਨੇ ਵੀ ਮਸਲੇ ਅੱਜ ਜਿਹੜੇ ਡਿਸਕਸ਼ਨ ਕੀਤੇ ਆ ਇਹ ਸਾਰੇ ਸਿਰੇ ਚੜ੍ਹਨ, ਵਧੀਆ ਕੰਮ ਹੋਵੇ, ਸਾਡੇ ਜਿਹੜੇ ਪੰਜਾਬ ਦੇ ਲੋਕ ਆ ਖੁਸ਼ਹਾਲ ਹੋਣ, ਜਿਹੜੇ ਬਾਹਰ ਰਹਿੰਦੇ ਆ ਉਹ ਦੇਖ ਕੇ ਖੁਸ਼ ਹੋਣ ਵੀ ਜੇ ਅਸੀਂ ਇਹਨਾਂ ਨੂੰ ਸਪੋਰਟ ਕੀਤੀ ਸੀ ਇਸ ਪਾਰਟੀ ਨੂੰ ਤੇ ਇਹ ਹੋਰ ਵੀ ਵਧੀਆ ਤਰੀਕੇ ਨਾਲ ਕੰਮ ਕਰਨ। ਸਾਡਾ ਮੇਨ ਮਕਸਦ ਇਹ ਹੈ ਵੀ NRI ਦੀ ਖਾਤਰ ਆਪਾਂ ਜੇ ਚਾਹੇ ਸਭਾ ਨਾ ਹੋਵੇ ਚਾਹੇ ਨਾ ਕੋਈ ਹੋਰ ਉੱਥੇ ਕੁਝ ਵੀ ਹੋਵੇ ਉਹ ਨਾਂ ਦੀ ਨਹੀਂ ਗੱਲ ਕਰਦੇ, ਜ਼ਰੂਰ ਬਣਾਉਣਾ ਚਾਹੀਦਾ, ਸਿਸਟਮ ਦੀ ਗੱਲ ਕਰਦੇ ਉਹ ਬਣਾਉਣਾ ਚਾਹੀਦਾ ਤੇ ਇਸ ਟਾਈਮ ਉਹ ਸਿਸਟਮ ਹੈ ਨਹੀਂ, ਸਿਰਫ NRI ਥਾਣੇ ਚੱਲ ਰਹੇ ਆ, ਹੋਰ ਕੁਝ ਨਹੀਂ ਹੈਗਾ। ਇਸ ਬਾਰੇ ਡਿਸਕਸ਼ਨ ਕਰਾਂਗੇ, ਇਹਦੇ ਬਾਰੇ ਮੈਂ ਕਦੇ ਡਿਸਕਸ਼ਨ ਕਰੀ ਨਹੀਂ ਉਹਨਾਂ ਨਾਲ ਤੇ ਇਸ ਤੋਂ ਬਾਅਦ ਅਸੀਂ ਉਮੀਦ ਕਰਦੇ ਹਾਂ ਗਿੱਲ ਸਾਹਿਬ ਤੁਸੀਂ ਜਲਦ ਤੋਂ ਜਲਦ ਜਿਹੜੀ ਆ ਇੱਥੇ NRI ਜਿਹੜੇ ਹੈਗੇ ਆ ਉਹ ਉਹਨਾਂ ਦੀ ਆਵਾਜ਼ ਬਣ ਕੇ ਸਰਕਾਰ ਨਾਲ ਗੱਲ ਕਰੋਗੇ। ਤੇ ਅੱਜ ਬਹੁਤ ਵਧੀਆ ਇਹ ਡਿਸਕਸ਼ਨ ਜਿਹੜੀ ਅੱਜ ਆਪਣੀ ਹੋਈ ਆ ਉਹ ਬਹੁਤ ਵਧੀਆ ਹੋਈ ਆ ਤੇ ਉਹ ਸਾਰੀ ਲੋਕਾਂ ਦੇ ਹਿੱਤੀ ਅਸੀਂ ਕੀਤੀ ਹੈ ਗੱਲ। ਤੇ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਦਰਸ਼ਕ ਆ ਉਹ ਜ਼ਰੂਰ ਅੱਜ ਦੀ ਇਸ ਇੰਟਰਵਿਊ ਨੂੰ ਪਸੰਦ ਕਰਨਗੇ। ਸਾਡਾ ਦੋਸਤੋ TV ਤੋਂ ਇਲਾਵਾ YouTube ਚੈਨਲ ਵੀ ਆ, ਤੁਸੀਂ ਉਹ ਜ਼ਰੂਰ ਸਬਸਕ੍ਰਾਈਬ ਕਰੋ। ਪੰਜਾਬ ਮੇਲ USA TV ਦਾ ਨਾਮ ਆ। ਇਸੇ ਹਿਸਾਬ ਨਾਲ ਤੁਸੀਂ ਪੰਜਾਬ ਮੇਲ USA ਉਹ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਜਾਂ ਸਾਡਾ Facebook ਜਾਂ ਹੋਰ ਜਿਹੜੇ ਟਵਿੱਟਰ ਆ ਜਾਂ ਕੁਛ ਜਿੱਥੇ ਵੀ ਤੁਸੀਂ ਪੰਜਾਬ ਮੇਲ USA ਪਾਓਗੇ ਜੋ ਵੀ ਆਉਂਦਾ ਉਹਦੇ ਵਿੱਚ ਉਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਹੋਰ ਵੀ
ਜਾਣਕਾਰੀ ਇਹਨਾਂ ਸੰਬੰਧੀ ਮਿਲ ਸਕੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।